Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਆਪਣਾ ਇਹ ਵੀਕਲੀ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਅਪਡੇਟਸ ਦਾ। ਤੇ ਆਪਾਂ ਇਹਦੇ ਵਿੱਚ ਤੁਹਾਨੂੰ ਜਿੱਥੇ ਇਮੀਗ੍ਰੇਸ਼ਨ ਦੀਆਂ ਰੀਸੈਂਟ ਜਾਣਕਾਰੀਆਂ ਦਿੰਦੇ ਆ ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਤੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਇੰਨਾ ਲਾਈਕ ਕਰਦੇ ਹੋ ਤੇ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਨਹੀਂ ਕੀਤਾ, ਤੇ ਜਿਨ੍ਹਾਂ ਨੇ ਕੀਤਾ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਇਹਦਾ ਫਾਇਦਾ ਹੋ ਸਕੇ। ਸੋ ਇਸ ਬੀਤੇ ਵੀਕ ਦੀਆਂ ਜਿਹੜੀਆਂ ਇੰਪੋਰਟੈਂਟ ਘਟਨਾਵਾਂ ਨੇ ਉਹ ਸਾਰਿਆਂ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜੀ ਟੈਕਸਸ ਸਟੇਟ ਆ ਉਹਦੇ ਗਵਰਨਰ ਨੇ ਇਹ ਇੱਕ ਐਲਾਨ ਜਿਹੜਾ ਹੈਗਾ ਇੱਕ ਆਰਡਰ ਕੀਤਾ, ਐਗਜ਼ੈਕਟਿਵ ਆਰਡਰ, ਕਿ ਜਿਹੜੇ ਵੀ ਬੰਦੇ ਉਹ ਸਟੇਟ ਦੇ ਵਿੱਚੋਂ ਜਿਹੜੇ ਬਾਰਡਰ ਕ੍ਰਾਸ ਕਰਕੇ ਆਉਂਦੇ ਨੇ ਮਾਈਗ੍ਰੈਂਟਸ ਉਹਨਾਂ ਨੂੰ ਟਰਾਂਸਪੋਰਟ ਕਰਨਗੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸ ਜਿਹੜੇ ਆ ਉਹ ਬਣਾਏ ਜਾਣਗੇ। ਹੁਣ ਉੱਥੇ ਹੁੰਦਾ ਕੀ ਆ ਵੀ ਜਿਹੜੇ ਲੋਕੀ ਟੈਕਸਸ ਤੋਂ ਆਉਂਦੇ ਆ ਉਹਨਾਂ ਨੂੰ ਜਦੋਂ ਜਿਹੜੀ ਹੈਗੀ ਆ ਆਈਸ ਜਾਂ ਜਿਹੜੀ ਬਾਰਡਰ ਪੈਟਰੋਲ ਆ ਉਹਨਾਂ ਦੀ ਜਦੋਂ ਇਨਸਪੈਕਸ਼ਨ ਵਗੈਰਾ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਜਿਹੜੇ ਪ੍ਰਾਈਵੇਟ ਕੰਟਰੈਕਟਰਸ ਹੈਗੇ ਆ ਉਹਨਾਂ ਦੇ ਰਾਹੀਂ ਉਹਨਾਂ ਨੂੰ ਆਪੋ ਆਪਣੇ ਟਿਕਾਣਿਆਂ 'ਤੇ ਜਾਂ ਉਹਨਾਂ ਦੇ ਗਰੰਟਰਾਂ ਕੋਲ ਭੇਜਦੇ ਆ। ਅਤੇ ਉਹ ਉੱਥੋਂ ਦੇ ਗਵਰਨਰ ਸਾਹਿਬ ਨੇ ਇਹ ਆਰਡਰ ਕਰਤਾ ਵੀ ਕੋਈ ਹੁਣ ਜਿਹੜਾ ਪ੍ਰਾਈਵੇਟ ਬੰਦਾ ਆ ਉਹ ਇਹਨਾਂ ਨੂੰ ਨਹੀਂ ਲਿਜਾ ਸਕਦਾ। ਅਤੇ ਉਹ ਮਤਲਬ ਇਹ ਸੀਗਾ ਕਿ ਇਹਨਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਉੱਥੋਂ ਈਜ਼ੀ ਨਾ ਹੋਵੇ ਤਾਂ ਕਿ ਇਹਨਾਂ 'ਤੇ ਸਖਤੀ ਕੀਤੀ ਜਾ ਸਕੇ। ਪਰ ਹੁਣ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹਨੇ ਉਹਦੇ 'ਤੇ ਕੇਸ ਕਰਤਾ ਆ ਸਟੇਟ 'ਤੇ, ਅਤੇ ਉਹਨਾਂ ਨੇ ਇੱਕ ਜਿਹੜਾ ਹੈਗਾ ਫੈਡਰਲ ਜੱਜ ਦੇ ਕੋਲ ਕੇਸ ਕੀਤਾ। ਉਹਨਾਂ ਨੂੰ ਕਿਹਾ ਵੀ ਇਹਦਾ ਜਿਹੜਾ ਆਰਡਰ ਹੈਗਾ ਗਵਰਨਰ ਦਾ ਇਹਨੂੰ ਬਲੌਕ ਕਰਨਾ ਚਾਹੀਦਾ, ਕਿਉਂਕਿ ਇਹ ਜਿਹੜਾ ਆਰਡਰ ਆ ਜਿਹੜਾ ਕਿ ਰੋਕਦਾ ਲੋਕਾਂ ਨੂੰ ਗਰਾਊਂਡ ਟਰਾਂਸਪੋਰਟੇਸ਼ਨ ਦੇਣ ਨੂੰ ਮਾਈਗਰੈਂਟਸ ਨੂੰ, ਅਤੇ ਇਹ ਜਿਹੜੀ ਫੈਡਰਲ ਗੌਰਮੈਂਟ ਦੀ ਅਥਾਰਟੀ ਆ ਉਹਨੂੰ ਚੈਲੰਜ ਆ, ਕਿਉਂਕਿ ਜਿਹੜੀ ਇਮੀਗ੍ਰੇਸ਼ਨ ਦੀ ਇਨਫੋਰਸਮੈਂਟ ਹੈ ਜਾਂ ਬਾਰਡਰ ਦੀ ਇਨਫੋਰਸਮੈਂਟ ਹੈ ਫੈਡਰਲ ਗੌਰਮੈਂਟ ਦਾ ਕੰਮ ਹੈ, ਨਾ ਕਿ ਸਟੇਟ ਗੌਰਮੈਂਟ ਦਾ। ਸੋ ਇਹ ਫੈਡਰਲ ਗੌਰਮੈਂਟ ਨੇ ਦੇਖਣਾ ਵੀ ਜੇ ਕੋਈ ਬੰਦਾ ਉਹਨੂੰ ਐਂਟਰੀ ਦੇਣੀ ਹੈ ਨਹੀਂ ਦੇਣੀ ਇੱਥੇ, ਅਤੇ ਜੇ ਦੇਣੀ ਆ ਤਾਂ ਉਹਨੂੰ ਅੱਗੇ ਉਸ ਤੋਂ ਬਾਅਦ ਕਿੱਥੇ ਪਹੁੰਚਾਉਣਾ ਅਤੇ ਕਿੱਦਾਂ ਉਹਨੂੰ ਟਰਾਂਸਪੋਰਟ ਕਰਨਾ, ਅਤੇ ਉਹਦੇ ਵਿੱਚ ਇਹ ਰੁਕਾਵਟ ਬਣਦਾ। ਅਤੇ ਉਹਨਾਂ ਨੇ ਇਹਦੇ ਖਿਲਾਫ ਜਿਹੜਾ ਹੈਗਾ ਉਹ ਕੇਸ ਕੀਤਾ। ਅਤੇ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਇਹਦੇ 'ਤੇ ਕੀ ਅੱਗੇ ਜਿਹੜੀ ਕੋਰਟ ਆ ਕਾਰਵਾਈ ਕਰਦੀ ਆ। ਦੂਜੀ ਜਿਹੜੀ ਇੰਪੋਰਟੈਂਟ ਖਬਰ ਆ ਉਹ ਅਮਰੀਕਨ ਇਕੋਨਮੀ ਦੀ ਹੈ। ਜਿਹੜੀ ਇੱਥੋਂ ਦੀ ਇਕੋਨਮੀ ਆ ਉਹ 6.5% ਗਰੋ ਕੀਤੀ ਆ ਅਪ੍ਰੈਲ ਅਤੇ ਜੂਨ ਦੇ ਵਿੱਚ, ਅਤੇ ਇਹਦੀ ਬਹੁਤ ਤੇਜ਼ੀ ਨਾਲ ਜਿਹੜੀ ਹੈਗੀ ਰਿਕਵਰੀ ਹੋ ਰਹੀ ਆ, ਅਤੇ ਚੰਗੀ ਗੱਲ ਆ। ਇਹਦੇ ਨਾਲ ਹੁਣ ਹੋਰ ਵੀ ਜੋਬਾਂ ਵਗੈਰਾ ਜਿਹੜੀਆਂ ਕ੍ਰੀਏਟ ਹੋ ਰਹੀਆਂ ਨੇ, ਅਤੇ ਜਿੰਨਾ ਕੁ ਨੁਕਸਾਨ ਪਿਛਲੇ ਸਾਲ ਦੌਰਾਨ ਹੋਇਆ ਉਹ ਉਮੀਦ ਆ ਕਿ ਉਹ ਹੁਣ ਪੂਰਾ ਹੋਣਾ ਜਿਹੜਾ ਉਹ ਸ਼ੁਰੂ ਹੋ ਗਿਆ। ਅਤੇ ਇਹ ਤੋਂ ਇਲਾਵਾ ਜਿਹੜੀ ਤੀਜੀ ਖਬਰ ਆ ਉਹ H1 ਦੀ ਹੈਗੀ ਆ। ਉਹ ਇਹ ਆ ਵੀ ਜਿਹੜੇ H1B ਵੀਜ਼ੇ ਹੈਗੇ ਆ ਉਹਨਾਂ ਬਾਰੇ ਜਿਹੜੀ ਰਜਿਸਟ੍ਰੇਸ਼ਨ ਹੈਗੀ ਹੈ ਦੁਬਾਰਾ ਫਰੈਸ਼ ਐਪਲੀਕੇਸ਼ਨਸ ਉਹ ਅਗਸਤ 2 ਤੋਂ ਲੈਣੀਆਂ ਜਿਹੜੀਆਂ ਹੈਗੀਆਂ USCIS ਨੇ ਸ਼ੁਰੂ ਕਰਨੀਆਂ। ਅਤੇ ਜਿਹੜੀਆਂ ਪਹਿਲਾਂ ਜੂਨ ਦੇ ਵਿੱਚ USCIS ਨੂੰ H1 ਵੀਜ਼ਿਆਂ ਦੀਆਂ 3,08,000 ਐਪਲੀਕੇਸ਼ਨਾਂ ਮਿਲੀਆਂ ਸੀ, ਅਤੇ ਉਹਨਾਂ ਦੇ ਵਿੱਚੋਂ ਉਹਨਾਂ ਨੇ 87,500 ਬੰਦਿਆਂ ਨੂੰ ਇਹਦੇ ਵਿੱਚ H1 ਜਿਹੜਾ ਸਟੇਟਸ ਆ ਉਹ ਦਿੱਤਾ ਜਾਂ ਉਹਨਾਂ ਨੂੰ ਵੀਜ਼ੇ ਮਿਲੇ। ਸੋ ਉਹ ਨੰਬਰ ਕਾਫੀ ਘੱਟ ਸੀ, ਅਤੇ ਜਿਹੜੀ ਇੰਡਸਟਰੀ ਆ ਉਹਨੂੰ ਬਹੁਤ ਲੋੜ ਆ ਇਹਨਾਂ ਬੰਦਿਆਂ ਦੀ, ਅਤੇ ਉਹਦੇ ਕਰਕੇ ਹੁਣ ਜਿਹੜੀ ਸਰਕਾਰ ਆ ਉਹਨੇ ਕਿਹਾ ਵੀ ਅਗਸਤ 2 ਤੋਂ ਦੁਬਾਰਾ ਫਰੈਸ਼ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ H1B ਦੀਆਂ ਉਹ ਉਹਨਾਂ ਨੇ ਲੈਣੀਆਂ ਸ਼ੁਰੂ ਕਰਨੀਆਂ ਨੇ। ਸੋ ਜਿਨ੍ਹਾਂ ਨੇ ਇਹ ਅਪਲਾਈ ਨਹੀਂ ਕੀਤਾ ਜਾਂ ਰਿਜੈਕਟ ਹੋਇਆ ਉਹ ਦੁਬਾਰਾ ਅਪਲਾਈ ਕਰ ਸਕਦੇ ਆ, ਪਰ ਸਿਲੈਕਸ਼ਨ ਤਾਂ ਉੱਦਾਂ ਹੀ ਜਿਹੜੀ ਲੋਟਰੀ ਨਾਲ ਹੀ ਹੋਏਗੀ, ਪਰ ਐਪਲੀਕੇਸ਼ਨਾਂ ਹੁਣ ਅਗਸਤ 2 ਤੋਂ ਸ਼ੁਰੂ ਹੋ ਗਈਆਂ ਜਿਹੜੀਆਂ ਹੈਗੀਆਂ ਲੈਣੀਆਂ। ਇਹ ਤੋਂ ਇਲਾਵਾ ਜਿਹੜੀ ਤੀਜੀ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਸਰਕਾਰ ਨੇ ਜਿਹੜੇ ਸੈਂਟਰਲ ਅਮਰੀਕਾ ਤੋਂ ਲੋਕ ਆਉਂਦੇ ਆ ਖਾਸ ਕਰਕੇ ਇਹਨਾਂ ਕੰਟਰੀਆਂ ਤੋਂ ਜਿਵੇਂ ਐਲ ਸੈਲਵਾਡੋਰ, ਗੁਆਟੇਮਾਲਾ, ਹੰਡੋਰਸ, ਉਹਨਾਂ ਨੂੰ ਇੱਥੋਂ ਸਪੀਡੀ ਯਾਨੀ ਕਿ ਫਾਸਟ ਤਰੀਕੇ ਨਾਲ ਡਿਪੋਰਟ ਕਰਨ ਵਾਸਤੇ ਫਲਾਈਟਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ। ਅਤੇ ਕਿਉਂਕਿ ਇਹ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸਦਰਨ ਬਾਰਡਰ ਆ ਉੱਥੇ ਕਾਫੀ ਵੱਡਾ ਕ੍ਰਾਈਸਿਸ ਆ, ਕਾਫੀ ਲੋਕ ਆ ਰਹੇ ਆ, ਅਤੇ ਉਹਨੂੰ ਧਿਆਨ ਵਿੱਚ ਰੱਖਦੇ ਜਿਹੜੀ ਗੌਰਮੈਂਟ ਆ ਉਹਨੇ ਹੁਣ ਇਹ ਇੱਕ ਸਿਸਟਮ ਬਣਾਇਆ ਵੀ ਜਿਹੜੇ ਲੋਕਾਂ ਦਾ ਕੋਈ ਇੱਥੇ ਕਲੇਮ ਨਹੀਂ ਬਣਦਾ ਉਹਨਾਂ ਨੂੰ ਫਟਾਫਟ ਜਿਹੜਾ ਉਹ ਇੱਥੋਂ ਡਿਪੋਰਟ ਕੀਤਾ ਜਾਵੇ। ਅਤੇ ਉਹਦੇ 'ਚ ਇਸ ਤਰ੍ਹਾਂ ਆ ਵੀ ਜਿਹੜਾ ਇਹ ਐਕਸਪੀਡਾਈਟਡ ਰਿਮੂਵਲ ਆ ਇਹਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਆਫਿਸਰ ਨੇ ਉਹ ਆਪਣੇ ਤੌਰ 'ਤੇ ਹੀ ਫੈਸਲਾ ਕਰਕੇ ਤਾਂ ਕ੍ਰੈਡੀਬਲ ਫੀਅਰ 'ਚੋਂ ਫੇਲ ਕਰ ਦਿੰਦੇ ਆ ਬੰਦੇ ਨੂੰ, ਕਹਿੰਦੇ ਵੀ ਇਹਦਾ ਕੇਸ ਜਿਹੜਾ ਨਹੀਂ ਬਣਦਾ ਜਾਂ ਇਹ ਕੇਸ ਇਹ ਯੋਗ ਨਹੀਂ ਆ ਕਿ ਇਮੀਗ੍ਰੇਸ਼ਨ ਜੱਜ ਕੋਲ ਭੇਜਿਆ ਜਾਵੇ।
ਤੇ ਇਹਨੂੰ ਫੁੱਲ ਇਮੀਗ੍ਰੇਸ਼ਨ ਕੋਰਟ ਪ੍ਰੋਸੈਸ ਦੀ ਲੋੜ ਨਹੀਂ ਤੇ ਉੱਥੋਂ ਡਿਪੋਰਟ ਕਰ ਦਿੱਤਾ ਜਾਂਦਾ। ਤੇ ਇਹ ਉਹਨਾਂ ਨੇ ਹੁਣ ਸ਼ੁਰੂ ਕਰ ਦਿੱਤਾ ਤੇ ਜਿਹੜੀਆਂ ਪਹਿਲੀਆਂ ਫਲਾਈਟਾਂ ਨੇ ਉਹ ਆ ਫਰਾਈਡੇ ਤੋਂ ਜਿਹੜੀਆਂ ਗਈਆਂ। ਤੇ ਹੁਣ ਮਤਲਬ ਸਰਕਾਰ ਜਿਹੜੀ ਆ ਉਹ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜੇ ਬੰਦੇ ਈਵਨ ਫੈਮਲੀਆਂ ਨਾਲ ਵੀ ਇੱਥੇ ਆਉਂਦੇ ਨੇ ਜਾਂ ਉੱਦਾਂ ਹੀ ਬਾਰਡਰ ਕ੍ਰੋਸ ਕਰਕੇ ਆਉਂਦੇ ਆ, ਉਹਨਾਂ ਨੂੰ ਐਂਟਰੀ ਜਿਹੜੀ ਆ ਉਹ ਇੰਨੀ ਸੌਖੀ ਨਹੀਂ ਮਿਲੇਗੀ। ਤੇ ਖਾਸ ਕਰਕੇ ਜਿਹੜੇ ਸੈਂਟਰਲ ਅਮਰੀਕਾ ਤੋਂ ਆਉਂਦੇ ਆ ਉਹਨਾਂ ਨੂੰ ਇੱਥੋਂ ਜਿਹੜਾ ਡਿਪੋਰਟ ਕਰਨ ਦਾ ਕੰਮ ਉਹ ਸ਼ੁਰੂ ਹੋ ਗਿਆ। ਤੇ ਹੁਣ ਉਹਨਾਂ ਨੇ ਕਿਹਾ ਕਿ 2000 ਤੋਂ ਵੱਧ ਬੰਦੇ ਜਿਹੜੇ ਨੇ ਉਹ ਉਹਨਾਂ ਨੇ ਕ੍ਰਾਸ ਕੀਤਾ ਜਿਹੜੇ ਕਿ ਕਸਟਡੀ 'ਚ ਨੇ ਤੇ ਉਹਨਾਂ ਨੂੰ ਇਹ ਹੁਣ ਡਿਪੋਰਟ ਕਰਨ ਦਾ ਜਿਹੜਾ ਕੰਮ ਆ ਉਹ ਸ਼ੁਰੂ ਕਰ ਰਹੇ ਆ। ਪਰ ਇਹਦੇ ਵਿੱਚ ਇਹ ਆ ਕਿ ਬੱਚਿਆਂ ਨੂੰ ਮਾਂ-ਬਾਪ ਤੋਂ ਸੈਪਰੇਟ ਨਹੀਂ ਕੀਤਾ ਜਾਏਗਾ ਤੇ ਉਹ ਸਾਰੀ ਫੈਮਿਲੀ ਨੂੰ ਇਕੱਠਾ ਹੀ ਡਿਪੋਰਟ ਕੀਤਾ ਜਾਏਗਾ। ਇਹ ਇਹਨਾਂ ਦੀ ਜਿਹੜੀ ਹੈਗੀ ਆ ਪ੍ਰੋਸੈਸ ਤੇ ਉਹਦੇ ਨਾਲ ਹੁਣ ਜਿਹੜੀ ਸਪੀਡੀ ਡਿਪੋਰਟੇਸ਼ਨ ਦਾ ਪ੍ਰੋਸੈਸ ਆ ਉਹ ਸਟਾਰਟ ਹੋ ਗਿਆ, ਕਿਉਂਕਿ ਇਹਦੇ ਬਾਰੇ ਪਹਿਲਾਂ ਕਈ ਜਿਹੜੇ ਲੋਕ ਨੇ ਉਹ ਸਰਕਾਰ ਨੂੰ ਕ੍ਰਿਟਿਸਾਈਜ਼ ਕਰ ਰਹੇ ਸੀਗੇ ਕਿ ਤੁਸੀਂ ਇਹਦੇ ਜਿਹੜਾ ਹੈਗਾ ਕੋਈ ਥੋੜ੍ਹੀ ਜਿਹੜੀ ਨੀਤੀ ਆ ਉਹ ਇੱਦਾਂ ਦੀ ਹੈਗੀ ਆ ਵੀ ਬਹੁਤ ਨਰਮ ਹੈਗੀ ਆ ਇਹਨਾਂ ਲੋਕਾਂ ਪ੍ਰਤੀ। ਤੇ ਉਹਦੇ 'ਤੇ ਥੋੜ੍ਹੀ ਸਖਤੀ ਕਰਦੇ ਹੋਏ ਹੁਣ ਗੌਰਮੈਂਟ ਨੇ ਕਿਹਾ ਵੀ ਜਿਹੜੇ ਸੈਂਟਰਲ ਅਮਰੀਕਾ ਤੋਂ ਲੋਕ ਆਉਂਦੇ ਆ ਜੋ ਇੱਥੇ ਫੜੇ ਜਾਂਦੇ ਆ, ਜੋ ਕਿ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਨਾਂ ਨੂੰ ਇੱਥੋਂ ਸਪੀਡੀ ਤਰੀਕੇ ਨਾਲ ਤੇਜ਼ ਤਰੀਕੇ ਨਾਲ ਡਿਪੋਰਟ ਕੀਤਾ ਜਾਏਗਾ। ਇਹਦੇ ਨਾਲ ਜਿਹੜੀ ਹੈਗੀ ਆ ਕੋਰਟਾਂ ਦੀ ਜਾਣਕਾਰੀ ਵੀ ਦੇ ਦਈਏ ਵੀ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਕੋਰਟਾਂ ਨੇ ਉਹ ਸਾਰੀਆਂ ਤਕਰੀਬਨ ਹੁਣ ਖੁੱਲ੍ਹੀਆਂ ਨੇ। ਤੇ ਜਿਹੜੀ ਨਿਊਯਾਰਕ ਦੀ ਕੋਰਟ ਆ ਉਹ ਵੀ ਖੁੱਲ੍ਹ ਗਈ ਸੀਗੀ 6 ਜੁਲਾਈ ਤੋਂ। ਤੇ ਹੁਣ ਇਹ ਆ ਵੀ ਜਿਹੜੀਆਂ ਮਾਸਟਰ ਹੀਅਰਿੰਗ ਡੇਟਾਂ ਨੇ ਉਹ ਤਕਰੀਬਨ ਨਹੀਂ ਹੋ ਰਹੀਆਂ, ਉਹ ਅੱਗੇ ਪੈ ਰਹੀਆਂ। ਜਾਂ ਤਾਂ ਜੱਜ ਜਿਹੜੇ ਹੈਗੇ ਉਹ ਰਿਟਨ ਪ੍ਰੋਸੀਡਿੰਗਸ ਲੈ ਰਹੇ ਆ ਜਾਂ ਜਿਹੜੀਆਂ ਹੀਅਰਿੰਗਾਂ ਨੇ ਉਹ ਟੈਲੀਫੋਨਿਕ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਰਹੀਆਂ। ਪਰ ਜਿਹੜੀਆਂ ਫਾਈਨਲ ਡੇਟਾਂ ਹੈਗੀਆਂ ਉਹ ਜ਼ਰੂਰ ਹੋ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਵੀ ਜਿਹੜੇ ਜੱਜ ਹੈਗੇ ਆ ਉਹ ਸਾਰੀਆਂ ਨਹੀਂ ਕਰਦੇ, ਪਰ ਕੁਛ ਜਿਹੜੀ ਪਰਸੈਂਟੇਜ ਆਪਾਂ ਕਹਿ ਲਈਏ ਕਿ 70-80% ਉਹ ਕਰੀ ਜਾਂਦੇ ਆ। ਤੇ ਪਰ ਇਹ ਆ ਕਿ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਹੋ ਗਿਆ। ਤੇ ਜਿਹੜਾ ਹੁਣ ਸਿਟੀਜ਼ਨਸ਼ਿਪ ਦੀਆਂ ਡੇਟਾਂ ਦਾ ਪ੍ਰੋਸੈਸ ਆ ਉਹ ਵੀ ਅੱਗੇ ਨਾਲੋਂ ਥੋੜ੍ਹਾ ਤੇਜ਼ ਹੋਇਆ, ਕਿਉਂਕਿ ਅੱਗੇ ਤਾਂ 1 ਸਾਲ ਦਾ ਜਿਹੜਾ ਸੀਗਾ ਉਹ ਬੈਕਲੌਗ ਸੀ, ਹੁਣ ਥੋੜ੍ਹਾ ਜਿਹਾ ਘਟ ਗਿਆ ਅੱਗੇ ਨਾਲੋਂ। ਤੇ ਉਹ ਹੁਣ ਇਹਨਾਂ ਦੀ ਕੋਸ਼ਿਸ਼ ਹੈਗੀ ਆ ਕਿ ਉਹਨੂੰ ਜਿੰਨਾ ਵੀ ਤੇਜ਼ ਕੀਤਾ ਜਾ ਸਕੇ। ਤੇ ਬਾਕੀ ਜਿਹੜਾ ਅੰਬੈਸੀ ਦੇ ਵਿੱਚ ਵੀ ਜਿਹੜੀਆਂ ਇੰਟਰਵਿਊਆਂ ਉੱਥੇ ਹੋ ਰਹੀਆਂ ਨੇ ਤੇ ਸਾਡੀ ਇਹ 'ਤੇ ਹੁਣ ਇੱਕ ਕੋਸ਼ਿਸ਼ ਜਾਰੀ ਆ ਕਿ ਜਿਹੜੇ ਬੰਦਿਆਂ ਨੂੰ ਇੰਟਰਵਿਊ ਦੇਣ ਮੁੰਬਈ ਜਾਣਾ ਪੈਂਦਾ ਇੰਡੀਆ 'ਚ, ਉਹਨਾਂ ਨੂੰ ਜਿਹੜੇ ਪੰਜਾਬ ਦੇ ਖਾਸ ਕਰਕੇ ਵੀ ਉਹਨਾਂ ਦੀ ਇੰਟਰਵਿਊ ਜੇ ਦਿੱਲੀ ਹੋ ਜਾਵੇ ਜ਼ਿਆਦਾ ਬੈਟਰ ਆ। ਉਹਦੇ ਵਾਸਤੇ ਮੈਂ ਪਿਛਲੇ 2 ਵੀਕਾਂ ਦੌਰਾਨ ਅਮਰੀਕਾ ਦੇ ਕਾਫੀ ਲੀਡਰਾਂ ਨੂੰ ਮਿਲਿਆ, ਉਹਨਾਂ ਵਿੱਚੋਂ ਸੈਨੇਟਰਾਂ ਨੂੰ ਮਿਲਿਆ, ਕਾਂਗਰਸਮੈਨਾਂ ਨੂੰ ਮਿਲਿਆ। ਤੇ ਹੁਣ ਵੀ ਮੈਂ ਪਿਛਲੇ ਹਫ਼ਤੇ ਨਿਊਯਾਰਕ ਗਿਆ ਸੀ, ਫਿਰ ਵਾਸ਼ਿੰਗਟਨ DC, ਉੱਥੇ ਵੀ ਜਾ ਕੇ ਮੈਂ ਗੱਲ ਕਰਕੇ ਆਇਆ। ਤੇ ਇਹ ਹੁਣ ਜਿਹੜੀ ਹੈਗੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਕਿ ਜਿਹੜਾ ਮੁੰਬਈ ਜਾਣਾ ਪੈਂਦਾ ਉਹਦੀ ਬਜਾਏ ਜੇ ਇੰਟਰਵਿਊ ਦਿੱਲੀ ਹੋ ਜਾਵੇ ਤਾਂ ਮੱਚ ਬੈਟਰ ਆ, ਉਹਦੀ ਜਿਹੜੀ ਟਰਾਈ ਕੀਤੀ ਜਾ ਰਹੀ ਆ। ਸੋ ਜੇ ਕਾਮਯਾਬ ਹੋਵਾਂਗੇ ਤਾਂ ਉਹਦੇ ਬਾਰੇ ਤੁਹਾਨੂੰ ਜਿਹੜੀ ਹੈਗੀ ਉਹ ਜਾਣਕਾਰੀ ਮੈਂ ਦਿਆਂਗਾ। ਇਹਦੇ ਨਾਲ ਅਸੀਂ ਲੈਟਰ ਵੀ ਲਿਖੀ ਹੈ, ਇੱਕ ਲੀਡਰਾਂ ਨੂੰ ਵੀ ਲਿਖੀ ਹੈ, ਸਟੇਟ ਡਿਪਾਰਟਮੈਂਟ ਨੂੰ ਵੀ ਲਿਖੀ ਹੈ। ਦੇਖਦੇ ਹਾਂ ਵੀ ਉਹਦੇ 'ਚ ਕੀ ਜਿਹੜਾ ਹੈਗਾ ਉਹ ਕਾਰਵਾਈ ਹੁੰਦੀ ਹੈ ਜਾਂ ਕੀ ਅਸਰ ਹੁੰਦਾ। ਸੋ ਇਹ ਤਾਂ ਸੀਗੀਆਂ ਇੰਪੋਰਟੈਂਟ ਜਿਹੜੀਆਂ ਡਿਵੈਲਪਮੈਂਟਸ ਨੇ ਇਸ ਵੀਕ ਦੀਆਂ। ਤੇ ਹੁਣ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਉਹ ਦੇਣ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਤੇ ਪਹਿਲਾ ਜਿਹੜਾ ਸਵਾਲ ਆ ਉਹ ਇਹ ਹੈਗਾ ਕਿ ਉਹਨਾਂ ਨੇ ਕਿਹਾ ਕਿ R1 ਵੀਜ਼ੇ ਲਈ ਇੰਟਰਵਿਊ ਵਾਸਤੇ ਡੇਟਾਂ ਮਿਲਣੀਆਂ ਕਦੋਂ ਸ਼ੁਰੂ ਹੋਣਗੀਆਂ। R1 ਵੀਜ਼ਾ ਬੇਸਿਕਲੀ ਪ੍ਰੀਸਟ ਵੀਜ਼ਾ ਹੁੰਦਾ ਕਿ ਜਿਹੜੇ ਆਪਣੇ ਗੁਰਦੁਆਰਾ ਸਾਹਿਬਾਨ ਲਈ ਜਾਂ ਹੋਰ ਜਿਹੜੀਆਂ ਰਿਲੀਜੀਅਸ ਪਲੇਸਿਸ ਨੇ ਜਿਵੇਂ ਮੰਦਿਰ ਹੋ ਗਏ, ਚਰਚਾਂ ਹੋ ਗਏ, ਉੱਥੇ ਐਜ਼ ਏ ਪ੍ਰੀਸਟ ਕੰਮ ਕਰਨ ਆਉਂਦੇ ਆ। ਉਹਦੀਆਂ ਇੰਟਰਵਿਊਜ਼ ਜਿਹੜੀਆਂ ਨੇ ਉਹ ਹੁਣ ਸ਼ੁਰੂ ਹੋ ਗਈਆਂ ਨੇ ਵੈਸੇ ਤਾਂ, ਕਿਉਂਕਿ ਉਹਨਾਂ 'ਤੇ ਕੋਈ ਬੰਦਿਸ਼ ਨਹੀਂ ਹੈਗੀ, ਸਿਰਫ ਵਿਜ਼ਟਰ ਵੀਜ਼ੇ ਜਿਹੜੇ ਆ ਉਹ 'ਤੇ ਬੰਦਿਸ਼ ਆ, ਇੱਥੇ ਕੋਈ ਨਹੀਂ ਗੀ। ਇਹਦੇ ਬਾਰੇ ਇਹ ਵੀ ਦੱਸਦਾ ਕਿ ਪਿੱਛੇ ਸਰਕਾਰ ਨੇ ਇੱਕ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਕਿਹਾ ਵੀ ਸਾਡੇ 'ਤੇ ਕਾਫੀ ਲੋਕਾਂ ਦਾ ਪ੍ਰੈਸ਼ਰ ਸੀਗਾ ਵੀ ਤੁਸੀਂ ਜਿਹੜੇ ਮੁਲਕਾਂ 'ਤੇ ਵਿਜ਼ਟਰ ਵੀਜ਼ਾ ਬੈਨ ਲੱਗਿਆ ਸੀ ਉਹ ਖੋਲ੍ਹੋ, ਜਿਨ੍ਹਾਂ ਵਿੱਚ ਇੰਡੀਆ ਵੀ ਸੀ। ਪਰ ਉਹਨਾਂ ਨੇ ਕਿਹਾ ਵੀ ਜਿਹੜੇ ਹੁਣ ਹਾਲਾਤ ਨੂੰ ਦੇਖਦੇ ਆ ਜੇ ਨਹੀਂ ਖੋਲ੍ਹਿਆ ਜਾ ਸਕਦਾ, ਹੋਰ ਟਾਈਮ ਅਜੇ ਸਾਨੂੰ ਚਾਹੀਦਾ। ਸੋ ਅਜੇ ਉਹਨਾਂ ਨੇ ਜਿਹੜਾ ਉਹ ਬੈਨ ਹੈਗਾ ਉਹ ਲਿਫਟ ਨਹੀਂ ਕੀਤਾ, ਉਹ ਜੇ ਸਟਿਲ ਲਾਗੂ ਆ। ਪਰ ਉਹ R1 ਵੀਜ਼ੇ 'ਤੇ ਨਹੀਂ ਆ। R1 ਵੀਜ਼ੇ ਵਾਲੇ ਜਿਹੜੇ ਆ ਉਹ ਆਪਣੀ ਇੰਟਰਵਿਊ ਜਿਹੜੀ ਆ ਉਹ ਕਰਵਾ ਸਕਦੇ ਆ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਕਹਿੰਦੇ ਕਿ ਮੈਂ ਆਪਣੀ ਵਾਈਫ ਦਾ ਅਪਲਾਈ ਕੀਤਾ ਸੀ ਮਈ 2020 ਦੇ ਵਿੱਚ ਤੇ ਮੈਂ ਸਾਰੇ ਡਾਕੂਮੈਂਟ NVC ਨੂੰ ਭੇਜਤੇ, 5 ਮਹੀਨੇ ਹੋ ਗਏ ਆ ਤੇ ਇਹਦਾ ਇੰਟਰਵਿਊ ਡੇਟ ਨਹੀਂ ਆਈ। ਇਹਦੇ ਬਾਰੇ ਤੁਹਾਨੂੰ ਉਹਨਾਂ ਨੂੰ ਕੰਟੈਕਟ ਕਰਨਾ ਪੈਣਾ ਐਮਬੈਸੀ ਨੂੰ, ਕਿਉਂਕਿ ਡੇਟਾ ਹੁਣ ਦੇ ਰਹੇ ਨੇ। ਵੈਸੇ ਉਹ ਸਾਡੀਆਂ ਜਿਵੇਂ 3 ਡੇਟਾਂ ਪਿੱਛੇ ਪੋਸਟਪੋਨ ਹੋਈਆਂ ਸੀਗੀਆਂ ਉਹ 3 ਹੋ ਗਈਆਂ, ਹੋਰ ਆਈਆਂ ਸਾਡੀਆਂ 2 ਡੇਟਾਂ, ਸੋ ਆ ਰਹੀਆਂ ਨੇ। ਤੇ ਉੱਥੇ ਤੇ ਬਾਕੀ ਤੁਸੀਂ ਉਹਨਾਂ ਨਾਲ ਪੈਰਵੀ ਕਰੋ ਇਹਦੇ ਪਿੱਛੇ, ਜਾਂ ਜੇ ਤੁਹਾਡਾ ਕੋਈ ਵਕੀਲ ਹੈ ਤਾਂ ਉਹਨੂੰ ਕੋਈ ਪੈਰਵੀ ਕਰੇ ਤਾਂ ਉਸ ਹਿਸਾਬ ਨਾਲ ਕਢਾਈ ਜਾ ਸਕਦੀ ਹੈ। ਉਸ ਤੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਮੇਰੇ ਪਿਤਾ ਜੀ US ਸਿਟੀਜ਼ਨ ਨੇ ਤੇ ਉਹਨਾਂ ਨੇ F3 ਵੀਜ਼ਾ ਮੇਰੇ ਲਈ ਅਪਲਾਈ ਕੀਤਾ ਸੀ 2010 'ਚ
ਤੇ ਮੈਂ ਉਸ ਟਾਈਮ ਤੇ ਮੈਰਿਡ ਸੀ, ਪਰ ਹੁਣ ਮੈਂ ਵਿਡੋ ਆ, ਮੈਂ ਚੇਂਜ ਕਰ ਸਕਦੀ ਹਾਂ। ਹਾਂਜੀ, ਤੁਸੀਂ ਉਹਨਾਂ ਨੂੰ ਐਪਲੀਕੇਸ਼ਨ ਦੇ ਸਕਦੇ ਹੋ ਅੱਗੇ। ਹੁਣ ਚੇਂਜ ਤਾਂ ਉਹਨਾਂ ਨੇ ਕਰਨਾ, ਪਰ ਤੁਸੀਂ ਆਪਣੇ ਜਿਹੜੇ ਰੈਲੇਵੈਂਟ ਡਾਕੂਮੈਂਟਸ ਨੇ, ਜਿਵੇਂ ਇਸ ਕੇਸ ਦੇ ਵਿੱਚ ਡੈਥ ਸਰਟੀਫਿਕੇਟ ਹੋ ਗਿਆ ਤੁਹਾਡੇ ਹਸਬੈਂਡ ਦਾ, ਉਹ ਤੁਸੀਂ ਉਹਨਾਂ ਨੂੰ ਭੇਜ ਸਕਦੇ ਹੋ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਮੇਰੀ ਸਿਸਟਰ ਨੇ ਸਤੰਬਰ 2014 ਵਿੱਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗੂਗਾ? ਇਹ ਮੇਰਾ ਖਿਆਲ ਆ F4 ਕੈਟਾਗਰੀ ਬਾਰੇ ਗੱਲ ਕਰ ਰਿਹਾ ਜੀ। 2005 ਚੱਲ ਰਿਹਾ ਜੀ, ਸੋ ਇਹਨੂੰ ਕਾਫੀ ਟਾਈਮ ਲੱਗੂਗਾ ਜੇ, ਕਿਉਂਕਿ ਇਹਦਾ 2005 ਦੀ ਜਿਹੜੀ ਹੈਗੀ ਆ ਉਹਨਾਂ ਦੀਆਂ ਡੇਟਾਂ ਆ ਰਹੀਆਂ। ਤੇ ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ ਦੀਆਂ ਇੰਟਰਵਿਊ ਕਦੋਂ ਸਟਾਰਟ ਹੋਣਗੀਆਂ? ਉਹ ਸਟਾਰਟ ਜਿਹੜੀਆਂ ਹੈਗੀਆਂ ਹੋ ਗਈਆਂ ਨੇ ਇੰਟਰਵਿਊਜ਼ ਤਾਂ, ਪਰ ਇਹਨਾਂ ਦੀ ਜਿਹੜੀ ਪਹਿਲੀ ਪ੍ਰੈਫਰੈਂਸ ਆ ਉਹ ਹੈਗੀ ਵੀ US ਸਿਟੀਜ਼ਨ ਦੇ ਜਿਹੜੇ ਹੈਗੇ ਨੇ ਸਪਾਊਸਿਸ, ਉਹਨਾਂ ਦੀ ਇੰਟਰਵਿਊ ਕਰਦੇ ਆ। ਗ੍ਰੀਨ ਕਾਰਡ ਹੋਲਡਰ ਦੀ ਜਿਹੜੀ ਇੰਟਰਵਿਊ ਆ ਜੇ ਉਹ ਨਹੀਂ ਕਰਦੇ, ਪਰ ਉਹ ਨਾਲ ਦੀ ਨਾਲ ਜਿਹੜੀਆਂ ਉਹਨਾਂ ਨੇ ਸਟਾਰਟ ਕਰਨੀਆਂ, ਪਰ ਪਹਿਲੀ ਪ੍ਰੈਫਰੈਂਸ ਜਿਹੜੀ ਆ ਉਹ ਸਿਟੀਜ਼ਨ ਦੀ ਆ, ਅਗਲੀ ਜਿਹੜੀ ਗ੍ਰੀਨ ਕਾਰਡ ਹੋਲਡਰ ਦੀ ਆ। ਪਰ ਇੰਟਰਵਿਊਆਂ ਹੋ ਰਹੀਆਂ ਨੇ, ਪਰ ਸਿਟੀਜ਼ਨ ਦੀਆਂ ਕਿਉਂਕਿ ਉਹਨੂੰ ਪਹਿਲ ਆ ਉਹ ਜ਼ਿਆਦਾ ਹੋ ਰਹੀਆਂ ਤੇ ਗ੍ਰੀਨ ਕਾਰਡ ਦੀਆਂ ਘੱਟ ਹੋ ਰਹੀਆਂ, ਪਰ ਹੋ ਰਹੀਆਂ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਲਾਸਟ ਈਅਰ 2020 ਸਾਡੀ ਇੰਟਰਵਿਊ ਕੈਂਸਲ ਹੋ ਗਈ ਸੀਗੀ, ਤੇ ਹੁਣ 20 ਜੁਲਾਈ ਸਾਨੂੰ ਵੈਲਕਮ ਲੈਟਰ ਆਇਆ, ਤੇ ਹੁਣ ਅਸੀਂ ਅਜੇ ਕੋਈ ਡੇਟ ਅਵੇਲੇਬਲ ਨਹੀਂ, ਕਿੰਨਾ ਟਾਈਮ ਲੱਗੂਗਾ? ਠੀਕ ਹੈ, ਜੇ ਤੁਹਾਨੂੰ ਉਹਨਾਂ ਨੇ ਹੁਣ ਭੇਜਿਆ ਵੈਲਕਮ ਲੈਟਰ, ਦੁਬਾਰਾ ਤੁਹਾਡੀ ਇੰਟਰਵਿਊ ਕਰਨਗੇ, ਪਰ ਟਾਈਮ ਤਾਂ ਲੱਗ ਸਕਦਾ। ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਰੱਖੋ, ਈਮੇਲ ਕਰੋ, ਤੇ ਇੰਟਰਵਿਊ ਤੁਹਾਡੀ ਜਿਹੜੀ ਉਹ ਆਏਗੀ, ਪਰ ਇਹ ਨਹੀਂ ਦੱਸ ਸਕਦੇ ਕਿੰਨੀ ਦੇਰ ਜਾਏਗੀ, ਆਏਗੀ ਜ਼ਰੂਰ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਉਹਨਾਂ ਨੇ ਕਿਹਾ ਕਿ ਮੈਂ ਅਮਰੀਕਾ ਦੇ ਵਿੱਚ 3 ਸਾਲ ਮੈਨੂੰ ਤੋਂ ਉੱਪਰ ਹੋ ਗਏ, ਤੇ ਮੈਂ 16 ਤੋਂ ਲੈ ਕੇ 18 ਤੱਕ ਅਸੈਲਮ ਸੀਕਰ ਦਾ ਅਸੈਲਮ ਦਾ ਕੇਸ ਅਪਲਾਈ ਕੀਤਾ ਸੀਗਾ, ਫਿਰ ਮੈਂ ਕਰਕੇ ਵਾਪਸ ਚਲ ਗਿਆ, ਤੇ ਮੈਂ ਹੁਣ ਉੱਥੋਂ ਬਾਹਰੋਂ ਕੁਝ ਕਰ ਸਕਦਾ ਨਹੀਂ ਜੀ। ਜੇ ਤੁਸੀਂ ਇੱਕ ਵਾਰੀ ਇੱਥੋਂ ਕੇਸ ਛੱਡ ਕੇ ਚਲੇ ਜਾਓ, ਫਿਰ ਤੁਹਾਡੇ 'ਤੇ ਬਾਰ ਲੱਗ ਜਾਂਦੀ ਆ, ਕਿਉਂਕਿ ਅਮਰੀਕਾ ਦਾ ਲਾ ਹੈਗਾ ਕਿ ਜੇ ਤੁਸੀਂ 6 ਮਹੀਨੇ ਤੋਂ ਵੱਧ ਇੱਥੇ ਓਵਰਸਟੇ ਕਰ ਗਏ ਤਾਂ ਉੱਥੇ 10 ਸਾਲ ਦੀ ਬਾਰ ਲੱਗ ਜਾਂਦੀ ਆ। ਉਹ ਜੇ ਲੱਗ ਗਈ ਤਾਂ ਫਿਰ ਤੁਸੀਂ ਵਾਪਸ ਜਿਹੜੇ ਆ ਉਹ ਇੱਦਾਂ ਨਹੀਂ ਆ ਸਕਦੇ। ਅਗਲਾ ਸਵਾਲ ਹੈ ਜੀ ਕਿ B1 B2 ਵੀਜ਼ੇ ਕਦੋਂ ਖੁੱਲ੍ਹਣਗੇ? ਇਹਦੇ ਬਾਰੇ ਮੈਂ ਦੱਸ ਕੇ ਹਟਿਆ ਜੀ ਕਿ ਪਿਛਲੇ ਹਫ਼ਤੇ ਸਰਕਾਰ ਦੀ ਐਡਵਾਈਜ਼ਰੀ ਆਈ ਹੈ ਕਿ ਜਿਹੜੇ ਮੁਲਕਾਂ ਤੋਂ ਉਹਨਾਂ ਨੇ ਜਿਹੜੇ ਵਿਜ਼ਟਰ ਵੀਜ਼ੇ ਆ, B1 B2 ਵਿਜ਼ਟਰ ਵੀਜ਼ਾ, ਇਹਨਾਂ ਦਾ ਉਹਨਾਂ ਨੇ ਬੈਨ ਲਾਇਆ ਵੀ ਉਹ ਬੈਨ ਅਜੇ ਨਹੀਂ ਖੁੱਲ੍ਹੇਗਾ, ਇਹਨੂੰ ਟਾਈਮ ਲੱਗੇਗਾ। ਉਮੀਦ ਤਾਂ ਸੀਗੀ ਵੀ ਖੁੱਲ੍ਹ ਜੇ, ਪਰ ਉਹਨਾਂ ਨੇ ਕਹਿ ਤਾ ਕਿ ਅਜੇ ਇਹਨੂੰ ਹੋਰ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਸਾਡਾ F3 ਜਿਹੜਾ ਕੇਸ ਆ ਉਹ ਦਸੰਬਰ 2009 ਦੇ ਵਿੱਚ ਫਾਈਲ ਲੱਗੀ ਸੀ, ਤੇ ਜੂਨ 2020 'ਚ ਫੀਸ ਡਿਪੋਜ਼ਿਟ ਹੋ ਗਈ, ਇੰਟਰਵਿਊ ਕਦੋਂ ਆਵੇਗੀ? ਦੇਖੋ ਜੀ, F3 ਦੀਆਂ ਅਜੇ ਨਵੰਬਰ 2008 ਚੱਲ ਰਿਹਾ, ਤੇ ਹੁਣ ਇਹ ਆ ਵੀ ਇਹਨੂੰ ਅਜੇ ਟਾਈਮ ਲੱਗੇਗਾ ਥੋੜ੍ਹਾ ਜਿਹਾ, ਤੇ ਮੈਨੂੰ ਲੱਗਦਾ ਕਿ ਅਜੇ ਹੋਰ ਤੁਹਾਨੂੰ 4-5 ਮਹੀਨੇ ਲੱਗ ਸਕਦੇ ਆ, 6 ਮਹੀਨੇ ਵੀ ਲੱਗ ਸਕਦੇ ਆ, ਸੋ ਅਜੇ ਵੇਟ ਕਰੋ। ਤੇ ਉਸ ਤੋਂ ਇਲਾਵਾ ਸਵਾਲ ਹੈ ਜੀ ਕਿ ਸਾਨੂੰ ਉਹ ਕਹਿ ਰਹੇ ਆ ਕਿ ਜੇ ਵੈਲਕਮ ਲੈਟਰ ਆ ਗਿਆ ਤੇ ਉਦੋਂ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ 'ਚ ਆ ਰਹੇ ਆ ਕਿ ਨਹੀਂ, ਇਹਦਾ ਕਿੱਦਾਂ ਪਤਾ ਲੱਗੂਗਾ? ਦੇਖੋ, ਇਹਦਾ ਵੈਲਕਮ ਲੈਟਰ ਨਾਲ ਇੰਨਾ ਸੰਬੰਧ ਨਹੀਂ, ਇਹਦਾ ਜਿਹੜਾ ਪ੍ਰਾਇਓਰਟੀ ਡੇਟ ਨਾਲ ਸੰਬੰਧ ਆ। ਜਦੋਂ ਤੁਹਾਡੀ ਪ੍ਰਾਇਓਰਟੀ ਡੇਟ ਕਰੰਟ ਹੋ ਜਾਂਦੀ ਆ, ਉਹ 'ਤੇ ਦੇਖਣਾ ਪੈਂਦਾ ਵੀ ਜਦੋਂ ਅਪਲਾਈ ਕੀਤਾ ਉਦੋਂ ਕੀ ਡੇਟ ਸੀ, ਉਦੋਂ ਬਾਅਦ ਜਦੋਂ ਅਪਰੂਵਲ ਆਈ ਉਦੋਂ ਕੀ ਡੇਟ ਆ, ਫਿਰ ਪ੍ਰਾਇਓਰਟੀ ਡੇਟ ਵੇਲੇ ਉਹਦੀ ਤੁਹਾਡੀ ਉਮਰ ਕਿੰਨੀ ਆ, ਤੇ ਉਹ ਟਾਈਮ ਜਿਹੜਾ ਅਪਲਾਈ ਕਰਨ ਦਾ ਤੇ ਜਦੋਂ ਇਹਦੀ ਅਪਰੂਵਲ ਆਈ ਆ ਉਹ ਪ੍ਰਾਇਓਰਟੀ ਡੇਟ 'ਚੋਂ ਕੱਢਣਾ ਪੈਂਦਾ। ਜੇ ਉਹ ਕੱਢ ਕੇ ਉਮਰ ਜਿਹੜੀ ਆ ਉਹ 21 ਸਾਲ ਤੋਂ ਘੱਟ ਰਹਿ ਜੇ ਤਾਂ ਫਿਰ ਉਹਦੇ 'ਚ ਹੋ ਸਕਦਾ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਮੇਰੀ ਸਿਸਟਰ ਕੋਲ 10 ਸਾਲ ਦਾ ਵਿਜ਼ਟਰ ਵੀਜ਼ਾ ਹੈਗਾ, ਤੇ ਉਹ ਹੁਣ ਇੱਥੇ ਵਿਜ਼ਿਟ ਕਰਨ ਆਉਣਾ ਚਾਹੁੰਦੀ, ਆ ਸਕਦੀ ਹੈ? ਨਹੀਂ, ਅਜੇ ਜਿਹੜੇ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਆਉਣ ਦੀ ਇੱਥੇ ਜਿਹੜੀ ਹੈਗੀ ਆ ਉਹ ਇਜਾਜ਼ਤ ਨਹੀਂ ਹੈਗੀ, ਉਹ 'ਤੇ ਅਜੇ ਬੈਨ ਲੱਗਿਆ, ਸੋ ਇਸ ਕਰਕੇ ਵਿਜ਼ਟਰ ਵੀਜ਼ੇ ਵਾਲੇ ਅਜੇ ਨਹੀਂ ਆ ਸਕਦੇ, ਇਹਨੂੰ ਟਾਈਮ ਲੱਗੂਗਾ। ਜਦੋਂ ਬੈਨ ਖੁੱਲੂਗਾ ਉਦੋਂ ਹੀ ਆ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਉਹਨਾਂ ਨੇ ਕਿਹਾ ਮੈਂ ਅਸੈਲਮ ਕੇਸ 2015 'ਚ ਅਪਲਾਈ ਕੀਤਾ ਸੀ, ਤੇ ਅਜੇ ਤੱਕ ਮੇਰੀ ਇੰਟਰਵਿਊ ਦੀ ਡੇਟ ਨਹੀਂ ਆਈ, ਵੀ ਆ ਸਕਦੀ ਆ। ਜਿਹੜੀ ਪਿਛਲੀ ਸਰਕਾਰ ਸੀਗੀ ਉਹਨੇ ਇਹ ਬਣਾਇਆ ਸੀ ਰੂਲ ਕਿ 18 ਤੋਂ ਪਹਿਲਾਂ ਵਾਲਿਆਂ ਨੂੰ ਇੰਟਰਵਿਊ ਨਹੀਂ ਦੇਣੀ, ਬਾਅਦ ਦਿਆਂ ਨੂੰ ਦੇਣੀ ਆ, ਪਰ ਇਹਨਾਂ ਨੇ ਉਹ ਰੂਲ ਖਤਮ ਕਰਤਾ। ਸੋ ਜੇ ਤੁਹਾਡਾ ਹੁਣ 18 ਤੋਂ ਪਹਿਲਾਂ ਦਾ 15 ਦਾ ਕੇਸ ਲੱਗਿਆ ਤਾਂ ਤੁਸੀਂ ਇੰਟਰਵਿਊ ਕਢਾ ਸਕਦੇ ਹੋ, ਉਹਨਾਂ ਨਾਲ ਕੰਟੈਕਟ ਕਰਕੇ, ਤੁਹਾਡਾ ਕੋਈ ਵਕੀਲ ਆ ਤਾਂ ਉਹ ਕਢਾ ਸਕਦਾ। ਸੋ ਹੁਣ ਇੰਟਰਵਿਊ ਡੇਟਾਂ ਜਿਹੜੀਆਂ ਨੇ ਉਹ ਜੇ ਨਹੀਂ ਆਉਂਦੀ ਤਾਂ ਆਪ ਲਈ ਜਾ ਸਕਦੀ ਆ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਮੇਰੀ ਉਮਰ ਉਹ ਕਹਿੰਦੇ 21 ਸਾਲ ਤੋਂ ਉੱਪਰ, ਅਨਮੈਰਿਡ ਆ, ਤੇ ਮੇਰੇ ਮਦਰ US ਸਿਟੀਜ਼ਨ ਨੇ, ਉਹਨਾਂ ਨੇ ਮੇਰੀ ਪਟੀਸ਼ਨ 2016 'ਚ ਕੀਤੀ ਸੀ। ਜਦੋਂ ਪਟੀਸ਼ਨ ਕੀਤੀ ਸੀ ਉਸ ਟਾਈਮ 'ਤੇ ਗ੍ਰੀਨ ਕਾਰਡ ਹੋਲਡਰ ਸੀਗੇ। ਦੇਖੋ, ਜਿਹੜੇ ਗ੍ਰੀਨ ਕਾਰਡ ਹੋਲਡਰ ਦੀ ਕੈਟਾਗਰੀ ਹੈਗੀ ਅਨਮੈਰਿਡ ਦੀ, F2B ਕੈਟਾਗਰੀ ਆ, ਇਹਦੇ ਵਿੱਚ ਹੁਣ ਇਸ ਟਾਈਮ 2015 ਚੱਲ ਰਿਹਾ,
ਸੋ ਜੇ 2016 'ਚ ਕੀਤੀ ਆ, ਤੁਹਾਡੀ ਵਾਰੀ ਆਉਣ ਵਾਲੀ ਆ। ਅਤੇ ਇਹਦੇ 'ਚ ਹੁਣ ਜਿਹੜਾ ਹੈਗਾ ਉਹ ਜ਼ਿਆਦਾ ਟਾਈਮ ਨਹੀਂ ਲੱਗੇਗਾ, ਹੋ ਸਕਦਾ 5 ਜਾਂ 6 ਮਹੀਨੇ ਲੱਗ ਜਾਣ ਹੋਰ, ਪਰ ਕਿਉਂਕਿ ਹੁਣ 15 ਚੱਲ ਰਿਹਾ, ਤੁਹਾਡੀ ਵਾਰੀ ਜਿਹੜੀ ਹੈਗੀ ਉਹ 16 'ਚ ਆ ਜਾਏਗੀ। ਅਗਲਾ ਸਵਾਲ ਹੈਗਾ ਕਿ ਮੇਰੀ ਬੇਟੀ B1 ਵੀਜ਼ੇ 'ਤੇ ਨਿਊਯਾਰਕ 'ਚ ਆਈ ਸੀਗੀ 2 ਜੂਨ ਨੂੰ, ਅਤੇ ਉਹਦਾ 10 ਸਾਲ ਦਾ ਮਲਟੀਪਲ ਵੀਜ਼ਾ ਲੱਗਿਆ, ਅਸੀਂ ਕਿਵੇਂ ਸਟੇਟਸ ਚੇਂਜ ਕਰ ਸਕਦੇ ਹਾਂ? ਸਟੇਟਸ ਇਹ ਤਾਂ ਆਪਣੇ ਆਪ ਨਹੀਂ ਚੇਂਜ ਹੁੰਦਾ। B1 ਤੋਂ ਸਟੇਟਸ ਚੇਂਜ ਕਰਨ ਵਾਸਤੇ ਜਾਂ ਤਾਂ ਜੇ ਸਟੂਡੈਂਟ ਵੀਜ਼ੇ 'ਤੇ ਹੋ ਸਕਦਾ ਜੇ ਐਡਮਿਸ਼ਨ ਲੈਣੀ ਹੋਵੇ ਤਾਂ ਜੈਨੂਅਨ ਪੜ੍ਹਨਾ ਹੋਵੇ। ਕਈ ਜਿਹੜੇ ਪੋਲੀਟੀਕਲ ਅਸਾਈਲਮ ਦਾ ਕੇਸ ਵੀ ਕਰ ਦਿੰਦੇ ਨੇ, ਉਹ ਵੀ ਤਾਂ ਜੇ ਜਿਹੜੇ ਅਸਾਈਲਮ ਦੇ 5 ਗਰਾਊਂਡ ਆ ਉਹਦੇ 'ਚ ਕੇਸ ਆਉਂਦਾ ਹੋਵੇ ਤਾਂ ਵਾਕਈ ਕੋਈ ਉਹਨਾਂ ਨੂੰ ਆਪਣੀ ਕੰਟਰੀ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਜਾਂ ਪਰਸੀਕਿਊਸ਼ਨ ਹੋਈ ਆ ਉਹ ਜੇ ਹੈਗੀ ਹੈ ਸਹੀ ਕੇਸ ਚਾਹੀਦਾ। ਕਈ ਜਿਹੜੇ ਨੇ ਉਹ US ਸਿਟੀਜ਼ਨ ਨਾਲ ਵਿਆਹ ਕਰਾ ਲੈਂਦੇ ਨੇ, ਪਰ ਉਹ ਵਿਆਹ ਵੀ ਅਸਲੀ ਹੋਣਾ ਚਾਹੀਦਾ, ਜੈਨੂਅਨ ਹੋਣਾ ਚਾਹੀਦਾ। ਅਤੇ ਇਹ ਜੇ ਇਸ ਕਿਸਮ ਦੇ ਕੇਸਾਂ ਦੇ ਵਿੱਚ ਚੇਂਜ ਹੁੰਦੇ ਆ, ਪਰ ਇਹ ਆਪਣੇ ਆਪ ਨਹੀਂ ਚੇਂਜ ਹੁੰਦਾ। ਅਤੇ ਇਹ ਜੇ ਕੇਸ ਤੁਸੀਂ ਇਸ ਕਿਸਮ ਦਾ ਕਰੋਗੇ ਤਾਂ ਚੇਂਜ ਹੋ ਸਕਦਾ। ਉਹਦਾ ਅਗਲਾ ਸਵਾਲ ਹੈ ਜੀ ਕਿ ਅਸਾਈਲਮ ਦਾ ਕੇਸ 2014 ਵਿੱਚ ਲਾਇਆ ਸੀ, ਪਰ ਕੋਈ ਇੰਟਰਵਿਊ ਆਈ, ਕੋਈ ਅਪਡੇਟ? ਇਹਦੇ ਬਾਰੇ ਮੈਂ ਦੱਸ ਕੇ ਹਟਿਆ ਜੀ ਵੀ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਕਿਹਾ ਸੀ ਵੀ 18 ਤੋਂ ਪਹਿਲਾਂ ਇਹਨਾਂ ਨੂੰ ਡੇਟਾ ਨਹੀਂ ਦੇਣੀਆਂ। ਹੁਣ ਜਿਹੜੇ ਕੇਸ ਬਾਅਦ ਦੇ ਆ ਉਹਨਾਂ ਨੂੰ ਡੇਟਾ ਆ ਰਹੀਆਂ ਸੀ, ਪਰ ਇਹ ਸਰਕਾਰ ਨੇ ਉਹ ਜਿਹੜਾ ਰੂਲ ਸੀ ਉਹ ਖ਼ਤਮ ਕਰਤਾ ਅਤੇ ਹੁਣ ਡੇਟ ਲਈ ਜਾ ਸਕਦੀ ਹੈ। ਜੇ ਆਪਣੇ ਆਪ ਨਹੀਂ ਆਉਂਦੀ ਤਾਂ ਤੁਸੀਂ ਆਪਣੇ ਵਕੀਲ ਨੂੰ ਕਹੋ, ਉਹ ਡੇਟ ਲੈ ਸਕਦਾ। ਤੁਸੀਂ ਆਪ ਕੰਟੈਕਟ ਕਰੋ ਅਸਾਈਲਮ ਆਫਿਸ ਨੂੰ, ਡੇਟ ਦੇ ਸਕਦੇ ਆ। ਅਗਲਾ ਸਵਾਲ ਹੈ ਜੀ ਕਿ F4 ਕੇਸ ਵਿੱਚ ਫਰਵਰੀ 2020 ਤੋਂ ਅਗਸਤ 2020 ਤੱਕ ਇੰਟਰਵਿਊ ਜਿਹੜੀ ਆ ਉਹ ਕਦੋਂ ਆਏਗੀ? ਦੇਖੋ ਜਿਹੜੀ ਬੇਸਿਕਲੀ ਇੰਟਰਵਿਊਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ, ਪਰ ਜੇ ਮੈਂ ਦੱਸ ਕੇ ਹਟਿਆ ਵੀ ਉੱਥੇ 2005 ਚੱਲ ਰਿਹਾ ਜੇ ਹੁਣ ਤੁਹਾਡਾ ਕੇਸ ਜਿਹੜਾ ਉਹ 5 ਦਾ ਹੈਗਾ ਜਾਂ 4 ਦਾ ਹੈਗਾ ਉਹ ਤਾਂ ਆਏਗੀ, ਪਰ ਜੇ ਕੇਸ ਬਾਅਦ ਦਾ ਫਿਰ ਨਹੀਂ ਹੋਣੀ। ਪਿੱਛੇ ਜੇ ਇਹਨਾਂ ਨੇ ਮਤਲਬ ਬੰਦ ਕਰਤੀਆਂ ਸੀਗੀਆਂ ਪਿਛਲਾ ਸਾਲ ਇੰਟਰਵਿਊਆਂ, ਪਰ ਹੁਣ ਦੁਬਾਰਾ ਫਿਰ ਖੁੱਲ੍ਹ ਗਈਆਂ ਨੇ। ਪਰ ਇਹਦੇ ਵਿੱਚ ਵੀ ਜਿਹੜੀ US ਸਿਟੀਜ਼ਨ ਦੇ ਹਸਬੈਂਡ ਵਾਈਫ ਦੇ ਕੇਸ ਨੇ ਉਹਨਾਂ ਦੀ ਪ੍ਰਾਇਓਰਟੀ ਪਹਿਲਾਂ, ਅਤੇ ਉਹਦੇ ਨਾਲ ਜਿਹੜੇ ਬਾਕੀ ਦੇ ਕੇਸ ਨੇ, ਚਾਹੇ F4 ਕੈਟੇਗਰੀ F3 ਆ, ਚਾਹੇ ਉਹ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ ਨੇ, ਉਹਨਾਂ ਦੀਆਂ ਇੰਟਰਵਿਊ ਵੀ ਆ ਰਹੀਆਂ ਨੇ। ਪਰ ਇਹ ਡਿਪੈਂਡ ਕਰੂਗਾ ਕਿ ਤੁਹਾਡਾ ਕੇਸ ਕਿਹੜੇ ਸਾਲ ਦਾ। ਜੇ 2005 ਦਾ ਫਰਜ਼ ਕਰੋ ਅਗਸਤ 2005 ਤੋਂ ਪਹਿਲਾਂ ਦਾ, ਫਿਰ ਇੰਟਰਵਿਊਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਪਰ ਇਹ ਨਹੀਂ ਆਪਾਂ ਕਹਿ ਸਕਦੇ ਵੀ ਇੰਟਰਵਿਊ ਜਿਹੜੀ ਆ ਉਹ ਕਿੰਨੀ ਜਲਦੀ ਆ ਜਾਊਗੀ, ਵੀ ਹੁਣੇ ਆ ਜਾਊ, ਉਹਨੂੰ ਟਾਈਮ ਲੱਗ ਸਕਦਾ। ਪਰ ਤੁਸੀਂ ਇੰਟਰਵਿਊ ਪ੍ਰੋਸੈਸ ਦੇ ਵਿੱਚ ਆਲਰੇਡੀ ਹੈਗੇ ਹੋ, ਪਰ ਜੇ ਬਾਅਦ ਦਾ ਆ ਉਹਨੂੰ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਮੈਂ ਇੰਡੀਆ 'ਚ ਬੋਰਨ ਸੀ ਅਤੇ ਹੁਣ ਮੈਂ ਕੈਨੇਡੀਅਨ ਸਿਟੀਜ਼ਨ ਹਾਂ, ਅਤੇ F4 ਕੈਟੇਗਰੀ ਦੇ ਬੁਲੇਟਿਨ 'ਚ ਰੈਸਟ ਆਫ ਦਾ ਵਰਲਡ ਦੀ ਜਿਹੜੀ ਕੈਟੇਗਰੀ ਆ ਉਹਦੇ ਵਿੱਚ ਮੈਂ ਆਊਂਗਾ ਅਤੇ ਮੈਨੂੰ ਇਹਦਾ ਕੋਈ ਐਡਵਾਂਟੇਜ ਹੋ ਸਕਦਾ? ਦੇਖੋ ਬਹੁਤਾ ਜ਼ਿਆਦਾ ਐਡਵਾਂਟੇਜ ਤਾਂ ਨਹੀਂ ਹੈਗਾ, ਕਿਉਂਕਿ ਜਿਹੜੀ ਪ੍ਰਾਇਓਰਟੀ ਡੇਟ ਹੈਗੀ ਹੈ, ਤੁਸੀਂ ਉਹ ਠੀਕ ਕਿਹਾ ਵੀ ਤੁਸੀਂ ਹੁਣ ਰੈਸਟ ਆਫ ਦਾ ਵਰਲਡ ਜਿਹੜਾ ਉਹਦੇ ਵਿੱਚ ਆ ਜਾਓਗੇ, ਪਰ ਉਹਦੇ ਵਿੱਚ ਜ਼ਿਆਦਾ ਫਰਕ ਨਹੀਂ ਆ। ਅਤੇ ਹੋਰ ਕੋਈ ਜਿਹੜਾ ਹੈਗਾ ਕੈਨੇਡੀਅਨ ਸਿਟੀਜ਼ਨ ਦਾ ਕੋਈ ਸਪੈਸ਼ਲ ਇਹਦੇ 'ਚ ਕੋਈ ਬੈਨੀਫਿਟ ਨਹੀਂ ਹੈਗਾ ਵੀ ਜਿਹੜੇ ਕੈਨੇਡਾ ਦੇ ਸਿਟੀਜ਼ਨ ਨੇ ਉਹਨਾਂ ਦੀ ਡੇਟ ਕੋਈ ਪਹਿਲਾਂ ਆ ਜਾਂਦੀ ਆ, ਉਹ ਰੈਸਟ ਆਫ ਦਾ ਵਰਲਡ ਦੇ ਨਾਲ ਹੀ ਆਊਗੀ। ਅਤੇ ਜਿੰਨਾ ਵੀ ਟਾਈਮ ਉਹਨੂੰ ਲੱਗੂਗਾ ਤੁਹਾਡੀ ਪ੍ਰਾਇਓਰਟੀ ਦੇ ਮੁਤਾਬਕ ਕਿਹੜੇ ਸਾਲ ਤੁਸੀਂ ਅਪਲਾਈ ਕੀਤਾ। ਪਰ ਤੁਹਾਡਾ ਸਵਾਲ ਜਿਹੜਾ ਹੈਗਾ ਵੀ ਕੈਨੇਡੀਅਨ ਸਿਟੀਜ਼ਨ ਹੋਣ ਕਰਕੇ ਮੈਨੂੰ ਕੋਈ ਖਾਸ ਪ੍ਰਾਇਓਰਟੀ ਮਿਲੇਗੀ, ਉਹ ਨਹੀਂ ਮਿਲੇਗੀ। ਉਦੋਂ ਬਾਅਦ ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਜਿਹੜਾ ਅਸਾਈਲਮ ਕੇਸ ਬਾਰੇ ਦੱਸੋ ਕਿ ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਹੈਗੀ ਆ ਇਹ ਜਿਹੜੀ ਹੈਗੀ ਆ ਕਲੀਅਰ ਕਿਸ ਤਰ੍ਹਾਂ ਹੁੰਦੀ ਹੈ? ਦੇਖੋ ਇਸ ਤਰ੍ਹਾਂ ਹੁੰਦਾ, ਜਿਹੜੇ ਬੰਦੇ ਇੱਥੋਂ ਕ੍ਰੋਸ ਕਰਕੇ ਆਉਂਦੇ ਆ ਉਹਨਾਂ ਨੂੰ ਸਾਰਿਆਂ ਤੋਂ ਪਹਿਲਾਂ ਜਿਹੜਾ ਕ੍ਰੈਡੀਬਲ ਫੀਅਰ ਇੰਟਰਵਿਊ 'ਚ ਲੰਘਣਾ ਪੈਂਦਾ, ਅਤੇ ਉਹਦੇ 'ਚ ਖਾਸ ਕਰਕੇ ਜਿਹਨਾਂ ਦੀ ਉਮਰ 18 ਸਾਲ ਤੋਂ ਉੱਪਰ ਆ ਉਹਦੇ ਵਿੱਚ ਉਹਨਾਂ ਨੂੰ ਸਵਾਲ ਜਵਾਬ ਪੁੱਛਦੇ ਆ, ਉਹ ਸਾਰਾ ਉਹਨਾਂ ਦਾ ਬੈਕਗਰਾਊਂਡ ਪੁੱਛਦੇ ਆ, ਉਹਨਾਂ ਦੀ ਕੰਟਰੀ ਜਿਹੜੀ ਹੈਗੀ ਉਹਦੇ ਕੰਡੀਸ਼ਨ ਬਾਰੇ ਪੁੱਛਦੇ ਆ, ਇਹ ਪੁੱਛਦੇ ਵੀ ਤੁਹਾਨੂੰ ਕੀ ਪ੍ਰੋਬਲਮ ਆ, ਤੁਸੀਂ ਕਿਉਂ ਆਏ। ਅਤੇ ਜੇ ਉਹਨਾਂ ਨੂੰ ਲੱਗੇ ਕਿ ਜਿਹੜਾ ਸਵਾਲ ਇਹਦਾ ਜਿਹੜਾ ਕੇਸ ਆ ਉਹ ਇਮੀਗ੍ਰੇਸ਼ਨ ਜੱਜ ਕੋਲ ਲਾਇਆ ਜਾ ਸਕਦਾ ਵੀ ਇਸ ਯੋਗ ਹੈਗਾ ਵੀ ਕੇਸ ਚੱਲ ਸਕਦਾ, ਅਤੇ ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਪ੍ਰੋਟੈਕਟਡ ਉਹਨਾਂ ਦੇ ਵਿੱਚ ਆਉਂਦਾ, ਤਾਂ ਉਹ ਫਿਰ ਕੀ ਕਰਦੇ ਆ, ਉਹਨਾਂ ਨੂੰ ਕ੍ਰੈਡੀਬਲ 'ਚੋਂ ਪਾਸ ਕਰਕੇ ਉਹਨਾਂ ਦਾ ਜਿਹੜਾ ਕੇਸ ਆ ਇਮੀਗ੍ਰੇਸ਼ਨ ਜੱਜ ਕੋਲ ਰੈਫਰ ਕਰ ਦਿੰਦੇ। ਫਿਰ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੇ ਅੱਗੇ ਕੇਸ ਚੱਲਦਾ, ਉਹ ਬੌਂਡ ਦੀ ਹੀਅਰਿੰਗ ਵਗੈਰਾ ਜੋ ਵੀ ਆ ਉਹ ਦਿੰਦੇ ਆ, ਜਾਂ ਅੰਦਰ ਲੜਨਾ ਪੈਂਦਾ ਜਿਸ ਤਰ੍ਹਾਂ ਵੀ ਆ। ਲੇਕਿਨ ਜੇ ਕ੍ਰੈਡੀਬਲ 'ਚੋਂ ਫੇਲ ਹੋ ਜਾਵੇ ਤਾਂ ਉਹਦੀ ਇੱਕ ਜਿਹੜੀ ਇੰਟਰਵਿਊ ਆ ਇਮੀਗ੍ਰੇਸ਼ਨ ਜੱਜ ਕੋਲ ਹੁੰਦੀ ਹੈ, ਅਤੇ ਜੇ ਉੱਥੇ ਵੀ ਫੇਲ ਹੋ ਗਿਆ ਫਿਰ ਡੈਪੂਟੇਸ਼ਨ ਲੱਗ ਜਾਂਦੀ, ਉਹਦਾ ਕੋਈ ਹੱਲ ਨਹੀਂ। ਅਤੇ ਇਹਦੇ 'ਚ ਬੇਸਿਕਲੀ ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਦਾ ਮਤਲਬ ਇਹ ਪਤਾ ਕਰਨਾ ਹੁੰਦਾ ਕਿ ਇਹ ਜਿਹੜਾ ਵਿਅਕਤੀ ਆਇਆ ਇਹਨੂੰ ਕੀ ਪ੍ਰੋਬਲਮ ਆ ਆਪਣੀ ਕੰਟਰੀ ਦੇ ਵਿੱਚ, ਅਤੇ ਕੀ ਇਹ ਅਸਾਈਲਮ ਕੇਸ ਇਮੀਗ੍ਰੇਸ਼ਨ ਜੱਜ ਕੋਲ
ਲੜਨ ਵਾਸਤੇ ਕੁਆਲੀਫਾਈ ਕਰਦਾ ਕਿ ਨਹੀਂ ਕਰਦਾ। ਜਿਹੜੇ ਅਸਾਈਲਮ ਦੇ ਗਰਾਊਂਡ ਨੇ 5 ਉਹਨਾਂ ਦੇ ਵਿੱਚ ਇਹਦਾ ਕੇਸ ਆਉਂਦਾ ਕਿ ਨਹੀਂ ਆਉਂਦਾ, ਬੇਸਿਕਲੀ ਇਹ ਦੇਖਿਆ ਜਾਂਦਾ ਇਹਦੇ ਵਿੱਚ। ਉਸ ਤੋਂ ਇਲਾਵਾ ਅਗਲਾ ਸਵਾਲ ਹੈ ਜੀ, ਉਹ ਇਹ ਕਹਿ ਰਹੇ ਆ ਕਿ ਸਾਡੀ F4 ਕੈਟੇਗਰੀ 'ਚ 2005 ਦਾ ਕੇਸ ਅਪਲਾਈ ਕੀਤਾ ਹੋਇਆ ਅਤੇ ਸਾਡੀ ਜਿਹੜੀ ਪ੍ਰਾਇਓਰਟੀ ਡੇਟ ਆ 23 ਫਰਵਰੀ 2005 ਦੀ ਹੈ, ਡਾਕੂਮੈਂਟ ਅਪਰੂਵ ਹੋ ਗਏ ਸੀ ਅਤੇ ਅਜੇ ਤੱਕ ਇੰਟਰਵਿਊ ਨਹੀਂ ਆਈ। ਉੱਥੇ ਹੁਣ ਅਗਸਤ 2005 ਤੱਕ ਦੀਆਂ ਜਿਹੜੇ ਕੇਸ ਨੇ ਉਹਨਾਂ ਨੂੰ ਇੰਟਰਵਿਊ ਵਾਸਤੇ ਸਕੈਜੂਲ ਕੀਤਾ ਜਾ ਰਿਹਾ। ਤੁਹਾਨੂੰ ਉਹਨਾਂ ਨਾਲ ਕੰਟੈਕਟ ਕਰਨਾ ਚਾਹੀਦਾ ਅਤੇ ਵੀ ਇੰਟਰਵਿਊ ਆਉਣੀ ਚਾਹੀਦੀ ਆ, ਅਤੇ ਤੁਸੀਂ ਆਲਰੇਡੀ ਉਹਦੇ ਵਿੱਚ ਹੈਗੇ ਹੋ ਪ੍ਰੋਸੈਸ ਦੇ, ਅਤੇ ਉਹਨਾਂ ਨਾਲ ਈਮੇਲ ਕਰੋ। ਜੇ ਤੁਹਾਡਾ ਕੋਈ ਵਕੀਲ ਹੈ ਤਾਂ ਉਹ ਕੰਟੈਕਟ ਕਰੇ, ਤਾਂ ਤੁਸੀਂ ਇੰਟਰਵਿਊ ਦੇ ਜਿਹੜਾ ਪ੍ਰੋਸੈਸ ਉਹਦੇ ਵਿੱਚ ਆਲਰੇਡੀ ਹੈਗੇ ਹੋ। ਅਤੇ ਅਗਲਾ ਸਵਾਲ ਹੈ ਜੀ ਕਿ ਉਹਨਾਂ ਨੇ ਕਿਹਾ ਕਿ ਮੈਂ 2017 'ਚ ਮੈਕਸੀਕੋ US ਬਾਰਡਰ ਐਂਟਰ ਹੋਇਆ ਸੀ ਅਤੇ ਮੈਨੂੰ ਆਈਸ ਨੇ 10,000 ਬੌਂਡ ਵੀ ਪਾ ਦਿੱਤਾ ਸੀ। ਜੱਜ ਨੇ ਮੈਨੂੰ ਡਿਪੋਰਟ ਕਰਤਾ ਕਿਉਂਕਿ ਮੈਂ ਅਸਾਈਲਮ ਓਪਨ ਡੇਟ 'ਤੇ ਜਿਹੜੀ ਹੈਗੀ ਆ ਵੀ ਉਹ ਮੇਰਾ ਵਕੀਲ ਨਹੀਂ ਆਇਆ। ਦੇਖੋ ਇਹਦਾ ਹੱਲ ਇਹ ਆ ਵੀ ਜੇ ਤੁਸੀਂ ਇੱਕ ਵਾਰ ਡਿਪੋਰਟ ਹੋ ਗਏ ਤੁਸੀਂ ਦੁਬਾਰਾ ਨਹੀਂ ਇੱਥੇ ਆ ਸਕਦੇ, ਕਿਉਂਕਿ ਜੇ ਇੱਥੋਂ ਬੰਦਾ ਡਿਪੋਰਟ ਹੋ ਕੇ ਜਾਂਦਾ ਉਹਦੇ ਉੱਤੇ ਫਿਰ ਉਹ ਇੱਕ ਬਾਰ ਲਾ ਦਿੰਦੇ ਆ 5 ਸਾਲ ਦੀ 10 ਸਾਲ ਦੀ ਜਿੰਨੀ ਵੀ ਹੈ, ਅਤੇ ਉਸ ਤੋਂ ਪਹਿਲਾਂ ਜੇ ਆਓਗੇ ਤਾਂ ਤੁਹਾਨੂੰ ਦੁਬਾਰਾ ਫਿਰ ਜਿਹੜਾ ਹੈਗਾ ਉਹ ਡਿਟੇਨ ਕਰਕੇ ਡਿਪੋਰਟ ਕੀਤਾ ਜਾ ਸਕਦਾ। ਇਹ 'ਤੇ ਪਿੱਛੇ ਇੱਕ US ਸੁਪਰੀਮ ਕੋਰਟ ਦਾ ਕੇਸ ਵੀ ਆਇਆ ਜਿਹਦੇ ਵਿੱਚ ਕਿ ਇੱਥੋਂ ਇੱਕ ਬੰਦਾ ਕਿਸੇ ਹੋਰ ਮੁਲਕ 'ਚ ਡਿਪੋਰਟ ਹੋ ਕੇ ਗਿਆ ਸੀ, ਉਹਨੇ ਵਾਪਸ ਆ ਗਿਆ ਅਤੇ ਉਹਨੇ ਐਂਟਰੀ ਦੀ ਕੋਸ਼ਿਸ਼ ਕੀਤੀ ਅਤੇ ਉਹ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੀ ਡੈਪੂਟੇਸ਼ਨ ਲੱਗੀ ਆ ਉਹ ਸਡਨ ਟਾਈਮ ਨਹੀਂ ਲੱਗਦੀ ਆ, ਵੀ ਇੰਨੇ ਸਾਲ ਨਹੀਂ ਆ ਸਕਦਾ। ਉਸ ਤੋਂ ਪਹਿਲਾਂ ਜੇ ਆਇਆ ਤਾਂ ਸਰਕਾਰ ਦੀ ਕੋਈ ਜਿਹੜੀ ਜ਼ਿੰਮੇਵਾਰੀ ਇਹਨੂੰ ਛੱਡਣ ਦੀ, ਅਤੇ ਸਰਕਾਰ ਇਹਨੂੰ ਡਿਟੇਨ ਰੱਖ ਸਕਦੀ ਹੈ ਅਤੇ ਡਿਪੋਰਟ ਵੀ ਕਰ ਸਕਦੀ ਹੈ। ਸੋ ਇਸ ਕਰਕੇ ਜੇ ਉਹ ਜਿੰਨਾ ਟਾਈਮ ਤੁਹਾਨੂੰ ਡੈਪੂਟੇਸ਼ਨ ਲੱਗੀ ਹੈ 10 ਸਾਲ ਦੀ ਜਾਂ 5 ਸਾਲ ਦੀ, ਉਹ ਟਾਈਮ ਤੁਹਾਨੂੰ ਬਾਹਰ ਰਹਿਣਾ ਪੈਣਾ। ਅਗਲਾ ਸਵਾਲ ਹੈ ਜੀ ਕਿ ਸਾਡੀ F3 ਜਿਹੜਾ ਕੇਸ ਆ ਉਹਦੀ ਪ੍ਰਾਇਓਰਟੀ ਡੇਟ ਹੈਗੀ ਦਸੰਬਰ 2008 ਦੀ, ਅਤੇ ਸਾਡੀ ਫੀਸ ਜਿਹੜੀ ਆ ਉਹ ਜੂਨ 20 'ਚ ਡਿਪੋਜ਼ਿਟ ਹੋ ਗਈ ਸੀ, ਸਾਰੇ ਡਾਕੂਮੈਂਟ ਡਿਪੋਜ਼ਿਟ ਹੋ ਗਏ। ਇੰਟਰਵਿਊ ਕਦੋਂ ਆ ਸਕਦੀ ਆ? ਜੇ ਦਸੰਬਰ 2008 ਦੀ ਹੈਗੀ ਆ ਅਤੇ ਹੁਣ ਇਸ ਟਾਈਮ 'ਤੇ ਤੁਹਾਡੇ ਕੋਲ ਪਹੁੰਚ ਹੀ ਗਏ ਆ ਉਹ, ਅਤੇ ਮੇਰਾ ਖਿਆਲ ਆ ਵੀ ਤੁਹਾਡੀ ਇੰਟਰਵਿਊ ਆਉਂਦੇ ਮਹੀਨਿਆਂ ਦੇ ਵਿੱਚ ਆ ਸਕਦੀ ਆ, ਪਰ ਤੁਸੀਂ ਫਿਰ ਵੀ ਉਹਨਾਂ ਨਾਲ ਕੰਟੈਕਟ ਕਰੋ ਕਿਉਂਕਿ ਥੋੜ੍ਹੀ ਸਲੋ ਹੈਗੀਆਂ ਇੰਟਰਵਿਊਜ਼, ਅਤੇ ਇਸ ਕਰਕੇ ਉਹਨੂੰ ਟਾਈਮ ਲੱਗ ਸਕਦਾ, ਪਰ ਤੁਹਾਡੇ ਤੱਕ ਆਲਮੋਸਟ ਪਹੁੰਚ ਗਿਆ ਉਹ, ਅਤੇ ਤੁਹਾਡੀ ਇੰਟਰਵਿਊ ਡੇਟ ਹੁਣ ਜਿਹੜੀ ਆ ਉਹ ਆ ਸਕਦੀ ਹੈ ਆਉਂਦੇ ਮਹੀਨਿਆਂ ਦੇ ਵਿੱਚ। ਉਸ ਤੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਸਾਡਾ ਜਿਹੜਾ ਉਹ ਕਹਿ ਰਹੇ ਆ ਕਿ ਜਿਹੜਾ ਬੈਕਲੌਗ ਹੈ ਉਹ 4-5 ਲੱਖ ਦਾ ਹੈ ਵਰਲਡ ਦਾ ਅਤੇ ਇੰਡੀਆ ਦਾ, ਅਤੇ ਇਹਦੇ ਬਾਰੇ ਕੋਈ ਫਾਸਟ ਹੋਣ ਦਾ ਕੀ ਤਰੀਕਾ? ਦੇਖੋ ਇਹਦਾ ਬੈਕਲੌਗ ਇਸ ਕਰਕੇ ਹੈਗਾ ਵੀ ਵੀਜ਼ਾ ਨੰਬਰ ਦੀ ਅਵੇਲੇਬਿਲਟੀ ਆ। ਜਿਹੜੀ ਕਾਂਗਰਸ ਆ ਉਹਨੇ ਇੱਕ ਵੀਜ਼ਾ ਨੰਬਰ ਰੱਖੇ ਹੁੰਦੇ ਨੇ ਵੀ ਇੰਨੇ ਹੀ ਵੀਜ਼ੇ ਦੇਣੇ ਆ, ਵੀ ਇੰਨੇ ਬੰਦਿਆਂ ਨੂੰ ਅਲਾਓ ਕਰਨਾ, ਅਸੀਂ ਤੋਂ ਵੱਧ ਅਲਾਓ ਨਹੀਂ ਕਰਨਾ। ਉਹਦੇ ਕਰਕੇ ਫਿਰ ਜਦੋਂ ਉਹ ਵੀਜ਼ਾ ਨੰਬਰ ਭਰ ਜਾਂਦੇ ਆ ਅਤੇ ਫਿਰ ਜਿਹੜੇ ਬਾਕੀ ਦੇ ਰਹਿ ਜਾਂਦੇ ਆ ਉਹਨਾਂ ਦਾ ਕੇਸ ਅੱਗੇ ਪੈ ਜਾਂਦਾ, ਉਹਦੇ ਕਰਕੇ ਜਿਹੜਾ ਬੈਕਲੌਗ ਆ। ਅਤੇ ਇਹਨੂੰ ਹੁਣ ਮਤਲਬ ਪੂਰਾ ਹੋਣ ਵਾਸਤੇ ਤਾਂ ਹੀ ਹੋ ਸਕਦਾ ਜੇ ਵੀਜ਼ਾ ਨੰਬਰ ਜਿਹੜੀ ਕਾਂਗਰਸ ਆ ਸਰਕਾਰ ਵਧਾਵੇ। ਉਹਦਾ ਤੁਹਾਨੂੰ ਪਤਾ ਹੀ ਆ ਹਾਲ ਕੀ ਆ, ਅਤੇ ਵੀਜ਼ਾ ਨੰਬਰ ਜਿਹੜਾ ਵਧਾਉਣ ਦਾ ਕਿ ਜਿਹੜੀ ਸਿਚੁਏਸ਼ਨ ਇੱਥੇ ਹੈਗੀ ਆ ਵੀ ਜਿਹੜੇ ਇੱਥੇ ਬਿੱਲ ਨੇ ਇੰਨੇ ਸੌਖੇ ਪਾਸ ਨਹੀਂ ਹੁੰਦੇ। ਹੁਣ ਹਾਊਸ ਨੇ 2 ਬਿੱਲ ਪਾਸ ਕਰਕੇ ਸੈਨੇਟ 'ਚ ਭੇਜੇ ਸੀ, ਇੱਕ ਤਾਂ ਜਿਹੜੇ ਬੱਚੇ ਹੈਗੇ ਛੋਟੀ ਉਮਰ ਦੇ ਡਾਕਾ ਵਾਲੇ ਡਰੀਮਰਸ ਉਹਨਾਂ ਦਾ, ਇੱਕ ਜਿਹੜੇ ਐਗਰੀਕਲਚਰ ਵਰਕਰ ਅਤੇ TPS ਨੇ, ਅਤੇ ਉਹਨਾਂ ਦਾ ਤੁਸੀਂ ਹਾਲ ਦੇਖ ਲਓ ਵੀ ਅਜੇ ਤੱਕ ਵੀ ਉਹ ਸੈਨੇਟ 'ਚ ਪਾਸ ਨਹੀਂ ਹੋਏ, ਵਿੱਚੇ ਪਏ ਆ। ਸੋ ਇਸ ਕਰਕੇ ਜਿੰਨੀ ਦੇਰ ਤੱਕ ਵੀਜ਼ਾ ਨੰਬਰ ਵਧਾਏ ਨਹੀਂ ਜਾਂਦੇ ਬੈਕਲੌਗ ਰਹਿਣਾ ਹੀ ਰਹਿਣਾ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਸੈਨ ਫਰਾਂਸਿਸਕੋ ਅੰਬੈਸੀ ਗਏ ਤੋਂ ਬਿਨਾਂ ਪਾਵਰ ਆਫ ਅਟਰਨੀ ਬਣ ਜੂ? ਨਹੀਂ ਜੀ, ਜਿਹੜੀ ਪਾਵਰ ਆਫ ਅਟਰਨੀ ਆ ਉਹਦਾ ਲਾ ਇਹ ਹੈਗਾ ਕਿ ਅੰਬੈਸੀ ਵਾਲੇ ਉਹਨੂੰ ਨੋਟਰੀ ਕਰਦੇ ਆ। ਉਹ ਪਹਿਲਾਂ ਜਿਹੜੀ ਹੈਗੀ ਸੈਕਟਰੀ ਆਫ ਸਟੇਟ ਤੋਂ ਪੌਸਲ ਕਰਾਉਣੀ ਪੈਂਦੀ ਆ, ਉਸ ਤੋਂ ਬਾਅਦ ਫਿਰ ਅੰਬੈਸੀ ਵਾਲੇ ਜਿਹੜੇ ਹੈਗੇ ਆ ਉਹਨੂੰ ਨੋਟਰੀ ਕਰ ਦਿੰਦੇ ਆ। ਉੱਥੇ ਆਪ ਜਾਣਾ ਪੈਂਦਾ, ਜਾਏ ਬਿਨਾਂ ਨੋਟਰੀ ਨਹੀਂ ਹੁੰਦੀ, ਅਤੇ ਜਿੰਨੀ ਦੇਰ ਉਹ ਨਾ ਹੋਵੇ ਉਨੀ ਦੇਰ ਤੱਕ ਉਹ ਇੰਡੀਆ ਦੇ ਵਿੱਚ ਲਾਗੂ ਨਹੀਂ ਹੁੰਦੀ। ਸੋ ਤੁਹਾਨੂੰ ਜਾਣਾ ਹੀ ਪੈਣਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰੋ, ਅਤੇ ਕਿਉਂਕਿ ਨੋਟਰੀ ਜਿਹੜੀ ਆ ਉਹ ਜਿੰਨੀ ਦੇਰ ਤੁਸੀਂ ਸਾਹਮਣੇ ਨਹੀਂ ਜਾਂਦੇ ਉਨੀ ਦੇਰ ਨਹੀਂ ਹੁੰਦੀ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਅਸਾਈਲਮ ਕੇਸ ਦਾ ਕਿਹੜਾ ਸਾਲ ਚੱਲ ਰਿਹਾ? ਅਸਾਈਲਮ ਕੇਸ ਦਾ ਤਾਂ ਕੋਈ ਸਾਲ ਦੀ ਗੱਲ ਨਹੀਂ ਹੁੰਦੀ, ਉਹ ਤਾਂ ਜਿਹੜੀ ਜੋ ਵੀ ਤੁਸੀਂ ਫਾਈਲ ਕਰਦੇ ਹੋ ਉਹ 'ਚ ਕੋਈ ਪ੍ਰਾਇਓਰਟੀ ਨਹੀਂ ਹੈਗੀ। ਹਾਂ, ਪਿਛਲੀ ਸਰਕਾਰ ਨੇ ਜੂਰੇ ਰੂਲ ਬਣਾਏ ਸੀ ਵੀ ਜਿਨ੍ਹਾਂ ਨੇ 2018 ਤੋਂ ਪਹਿਲਾਂ ਕੇਸ ਕੀਤੇ ਉਹਦੀ ਇੰਟਰਵਿਊ ਨਹੀਂ ਦੇਣੀ, ਪਰ ਹੁਣ ਇੱਦਾਂ ਦਾ ਕੁਛ ਨਹੀਂ। ਜਦੋਂ ਅਪਲਾਈ ਕਰਦੇ ਆ ਆਪਣੇ ਹਿਸਾਬ ਨਾਲ ਇੰਟਰਵਿਊ ਦਿੰਦੇ, ਪਰ ਕਈ ਵਾਰ ਉਹਨਾਂ ਕੋਲ ਰਿਸੋਰਸ ਨਹੀਂ ਇੰਨੇ ਹੁੰਦੇ, ਇੰਨੇ ਆਫਿਸਰ ਅਵੇਲੇਬਲ ਨਹੀਂ ਹੁੰਦੇ, ਕੇਸ ਜ਼ਿਆਦਾ ਹੁੰਦੇ, ਆਫਿਸਰ ਘੱਟ ਆ, ਉਹਦੇ ਕਰਕੇ ਟਾਈਮ ਲੱਗਦਾ। ਬਾਕੀ ਕੋਈ ਸਾਲ ਚੱਲਣ ਵਾਲੀ ਕੋਈ ਗੱਲ ਨਹੀਂ। ਉਦੋਂ ਬਾਅਦ ਅਗਲਾ ਸਵਾਲ ਹੈ ਜੀ ਕਿ ਵਾਹਵਾ ਦੇ ਕੇਸ ਵਿੱਚ ਗ੍ਰੀਨ ਕਾਰਡ ਕਿਵੇਂ ਮਿਲਦਾ, ਇਹਦੇ ਬਾਰੇ ਦੱਸੋ। ਦੇਖੋ, ਜਿਹੜਾ ਵਾਹਵਾ ਦਾ ਕੇਸ ਹੁੰਦਾ ਵਾਇਲੈਂਸ ਅਗੇਂਸਟ ਵੂਮਨ ਐਕਟ, ਇਹਦੇ 'ਚ ਬੇਸਿਕਲੀ ਇਹ ਆ ਵੀ ਜੇ ਕਿਸੇ ਬੰਦੇ ਨੇ ਵਿਆਹ ਕੀਤਾ ਸਿਟੀਜ਼ਨ ਨਾਲ
ਤੇ ਉਹ ਸਿਟੀਜ਼ਨ ਜਿਹੜਾ ਹੈਗਾ ਉਹਨੂੰ ਤੰਗ ਕਰਦਾ, ਚਾਹੇ ਉਹ ਹਸਬੈਂਡ ਹੋਵੇ ਜਾਂ ਵਾਈਫ ਹੋਵੇ, ਇਹਦੇ 'ਚ ਦੋਨੇ ਹੀ ਅਪਲਾਈ ਕਰ ਸਕਦੇ ਨੇ। ਸੋ ਜੇ ਹਸਬੈਂਡ ਕਵੇ ਮੈਨੂੰ ਵਾਈਫ ਤੰਗ ਕਰਦੀ ਹੈ, ਉਹ ਸਿਟੀਜ਼ਨ ਉਹ ਵੀ ਕਰ ਸਕਦਾ। ਜੇ ਵਾਈਫ ਕਵੇ ਵੀ ਜਿਹੜਾ ਹਸਬੈਂਡ ਆ ਉਹ ਸਿਟੀਜ਼ਨ ਆ ਉਹ ਤੰਗ ਕਰਦਾ ਜਾਂ ਉਹ ਇਨਹਿਊਮਨ ਬਿਹੇਵੀਅਰ ਕਰਦਾ, ਕੁੱਟਮਾਰ ਕਰਦਾ ਜਾਂ ਉਹਨੂੰ ਮਤਲਬ ਪ੍ਰੋਪਰਲੀ ਟਰੀਟ ਨਹੀਂ ਕਰਦਾ, ਤੇ ਉਹ ਵੀ ਕਰ ਸਕਦਾ। ਸੋ ਇਹਦੇ ਵਿੱਚ ਬੇਸਿਕਲੀ ਜਿਹੜੀ ਮੈਰਿਜ ਹੈਗੀ ਵੈਲਿਡ ਚਾਹੀਦੀ, ਉਹਦੇ ਪ੍ਰੂਫ ਚਾਹੀਦੇ, ਵਿਆਹ ਸੱਚਾ ਹੋਵੇ, ਤਾਂ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਵਾਹਵਾ ਦਾ ਕੇਸ ਹੈ ਉਹ ਫਿਰ ਉਸ ਗਰਾਊਂਡ 'ਤੇ ਲਾ ਸਕਦੇ ਹੋ। ਇਹਨੂੰ I-360 ਪਟੀਸ਼ਨ ਕਰਨੀ ਪੈਂਦੀ ਆ, ਨਾਲ ਗ੍ਰੀਨ ਕਾਰਡ I-485 ਵੀ ਅਪਲਾਈ ਹੋ ਜਾਂਦਾ। ਜੇ ਤੁਹਾਡੇ ਕੋਲੇ ਕੋਈ ਵਾਕਈ ਪ੍ਰੂਫ ਹੋਣ ਕਿ ਤੁਸੀਂ ਅਬਿਊਜ਼ ਹੋਏ ਆ ਮੈਰਿਜ ਦੇ ਵਿੱਚ, ਤਾਂ ਫਿਰ ਇਹਦੀ ਬੇਸ 'ਤੇ ਤੁਹਾਡੀ ਜੋ I-360 ਪ੍ਰੂਫ ਹੋ ਗਈ ਉਸ ਤੋਂ ਬਾਅਦ ਗ੍ਰੀਨ ਕਾਰਡ ਮਿਲ ਸਕਦਾ। ਜੇ ਡੈਪੂਟੇਸ਼ਨ ਵਗੈਰਾ ਲੱਗੀ ਹੋਵੇ ਉਹ ਵੀ ਇਹਦੇ ਵਿੱਚ ਜਿਹੜੀ ਆ ਉਹ ਟੁੱਟ ਜਾਂਦੀ ਆ। ਇੱਕ ਇਹਦੇ ਵਿੱਚ ਲੀਗਲ ਐਂਟਰੀ ਦੀ ਲੋੜ ਨਹੀਂ ਹੈਗੀ, ਜੇ ਲੀਗਲ ਐਂਟਰੀ ਨਾ ਵੀ ਹੋਵੇ ਤਾਂ ਵੀ ਇੱਥੇ ਗ੍ਰੀਨ ਕਾਰਡ ਇਹਦੇ 'ਚ ਮਿਲ ਸਕਦਾ। ਉਦੋਂ ਬਾਅਦ ਸਾਡਾ ਆਖਰੀ ਸਵਾਲ ਅੱਜ ਦਾ ਹੈਗਾ ਜੀ, ਉਹ ਇਹ ਕਹਿ ਰਿਹਾ ਕਿ B1 B2 ਵੀਜ਼ੇ ਬਾਰੇ ਦੱਸੋ। B1 B2 ਵੀਜ਼ੇ ਬਾਰੇ ਇਹੀ ਜਾਣਕਾਰੀ ਹੈ ਜੀ ਕਿ ਪਿਛਲੇ ਹਫਤੇ ਸਰਕਾਰ ਦੀ ਐਡਵਾਈਜ਼ਰੀ ਆਈ ਹੈ, ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਅਜੇ ਓਪਨ ਕਰਨੇ। ਉਮੀਦ ਤਾਂ ਸੀਗੀ ਵੀ ਸ਼ਾਇਦ ਓਪਨ ਕਰ ਦੇਣਗੇ, ਪਰ ਉਹਨਾਂ ਨੇ ਕਿਹਾ ਵੀ ਨਹੀਂ ਕਰਨੇ, ਸੋ ਇਹਨੂੰ ਟਾਈਮ ਲੱਗ ਰਿਹਾ। ਸੋ ਹੁਣ ਦੇਖੋ ਵੀ ਇਹਨੂੰ ਕਿੰਨਾ ਕੁ ਟਾਈਮ ਹੋਰ ਲੱਗਦਾ। ਜਦੋਂ ਵੀ ਓਪਨ ਹੋਣਗੇ ਤੇ ਇਹਦੇ ਆਪਾਂ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਦੇਵਾਂਗੇ। ਤੇ ਇਹਦੇ ਨਾਲ ਨਾਲ ਮੈਂ ਇੱਕ ਹੋਰ ਵੀ ਜਾਣਕਾਰੀ ਦੇ ਦਾਂ ਕਿ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਹੈਗਾ ਉਹ ਜਿਹੜੇ ਖਾਸ ਕਰਕੇ ਇੱਥੇ ਅਸੈਲਮ ਵਗੈਰਾ ਦੇ ਲੋਕ ਕੇਸ ਕਰਦੇ ਆ, ਉਹਨਾਂ ਦਾ ਹੁਣ ਅੱਜ ਕੱਲ੍ਹ ਅਪਰੂਵਲ ਰੇਟ ਕਾਫੀ ਆ, ਕਿਉਂਕਿ ਇੰਟਰਵਿਊ ਵਗੈਰਾ ਆਉਂਦੀਆਂ ਨੇ। ਸਾਡੇ ਆ ਪਿੱਛੇ 12 ਡੇਟਾਂ ਪਈਆਂ ਸੀ, 12 ਚੋਂ 11 ਪਾਸ ਹੋਏ ਆ, ਸੋ ਕਾਫੀ ਕੇਸ ਪਾਸ ਹੁੰਦੇ ਆ। ਲੇਕਿਨ ਉਹਦੇ ਵਾਸਤੇ ਜਿਹੜਾ ਕੇਸ ਆ ਉਹ ਸਹੀ ਹੋਣਾ ਚਾਹੀਦਾ, ਉਹਨੂੰ ਜਿਹੜੀ ਪਰਸੀਕਿਊਸ਼ਨ ਹੋਣੀ ਚਾਹੀਦੀ ਆ, ਤੇ ਉਹਦੇ ਕੋਲ ਡਾਕੂਮੈਂਟ ਸਾਰੇ ਚਾਹੀਦੇ ਨੇ, ਤੇ ਇਹ ਹਿਸਾਬ ਦੇ ਨਾਲ ਜਿਹੜੀ ਪੈਰਵੀ ਆ ਹੁੰਦੀ ਆ। ਤੇ ਇਹ ਸੀ ਤੁਹਾਡੇ ਸਵਾਲ, ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਜਿਹੜਾ ਪਸੰਦ ਆਇਆ ਹੋਊਗਾ। ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਤੇ ਸਾਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ। ਪਲੱਸ ਤੁਸੀਂ ਆਪਣੇ ਜਿਹੜੇ ਸਵਾਲ ਨੇ ਉਹ ਵੀਡੀਓ ਥੱਲੇ ਲਿਖ ਕੇ ਜੇ ਦਿਓਗੇ ਤਾਂ ਮੈਂ ਤੁਹਾਨੂੰ ਅਗਲੀ ਵਾਰੀ ਜ਼ਰੂਰ ਉਹਨਾਂ ਦਾ ਜਵਾਬ ਦਿਆਂਗਾ। ਇਹਦੇ ਨਾਲ ਹੀ ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.